ਲਓ ਜੀ ਨਾਜ਼ਰੀਨ, ਸੱਤ ਦੀ ਅੱਖ ਟਿਕਾਉਂਦਿਆਂ ਇੱਕ ਹੋਰ ਮਸਲਾ ਜਿਹੜਾ ਨਾ ਉਹ ਸਾਡੇ ਸਾਹਮਣੇ ਆਇਆ ਹੈ। ਉਹ ਐਸਾ ਕਿ ਜਿਹੜਾ ਹੈ ਫੈਸਲਾਬਾਦ ਪਾਰਕਿੰਗ ਕੰਪਨੀਆਂ ਦੀਆਂ ਜੈਕਟਾਂ ਵਾਲੇ ਭਾਈ ਸਾਹਿਬ ਨੇ ਇਹ ਬਾਜ਼ਾਰਾਂ ਦੀ ਆਊਟਸਾਈਡ ਤੇ ਬਿਲਖਸੂਸ ਜਿਹੜਾ ਆਪਣਾ ਕਚਹਿਰੀ ਬਾਜ਼ਾਰ ਦੀ ਆਊਟਸਾਈਡ ਦੇ ਉੱਤੇ ਔਰ ਇਹ ਜਿਹੜਾ ਜ਼ਿਲ੍ਹਾ ਕੌਂਸਲ ਵਾਲਾ ਏਰੀਆ ਹੈ, ਇੱਥੇ ਇੱਕ ਐਸਾ ਮਾਫੀਆ ਪਾਰਕਿੰਗ ਕੰਪਨੀ ਵਾਲਾ ਬੈਠਾ ਹੈ ਜਿਹੜਾ ਤੁਸੀਂ ਜਾ ਕੇ ਗੱਡੀ ਖੜੀ ਕਰਦੇ ਹੋ, ਉਹ ਬੜੀ ਤਮੀਜ਼ ਨਾਲ ਤੁਹਾਡਾ ਦਰਵਾਜ਼ਾ ਖੋਲ੍ਹ ਕੇ ਕਹਿੰਦਾ ਲਿਆਓ ਜੀ ਭਾਈਜਾਨ, ਤੁਸੀਂ ਸਿਰਫ ਚਲੇ ਜਾਣਾ, ਚਾਬੀ ਵੀ ਵਿੱਚ ਛੱਡ ਦਿਓ। ਚਾਬੀ ਵੀ ਉਹ ਤੁਹਾਡੇ ਕੋਲੋਂ ਵਸੂਲ ਕਰਦੇ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਔਰ ਬੜੇ ਪ੍ਰੋਟੋਕੋਲ ਦੇ ਨਾਲ, ਕਹਿੰਦੇ ਨੇ ਚਾਬੀ ਦੇ ਦਿੱਤੀ, ਹੁਣ ਤੁਸੀਂ ਜਾ ਸਕਦੇ ਆ, ਕਿੰਨੀ ਦੇਰ 'ਚ ਵਾਪਸ ਆਉਣਾ। ਨਾਜ਼ਰੀਨ, ਉਹ ਉਹਨਾਂ ਨੇ ਕੋਈ 10 12 15 ਬੰਦੇ ਡਰਾਈਵਰ ਬਣਾ ਛੱਡੇ ਨੇ। ਕਿੱਦਾਂ? ਨਾਲ ਇੱਕ ਨਿੱਕਾ ਖੜਾ ਕੀਤਾ ਹੁੰਦਾ, ਕਹਿੰਦਾ ਲੈ ਵੀ ਛੋਟੇ ਸਾਹਿਬ ਦੀ ਗੱਡੀ ਲਾਇਆ। ਉਹ 500 ਮੀਟਰ ਦੂਰ ਜਾ ਕੇ ਆਪਣੀ ਮਰਜ਼ੀ ਨਾਲ ਜਿੱਥੇ ਕੋਈ ਜਗ੍ਹਾ ਖਾਲੀ ਦੇਖਦਾ ਉੱਥੇ ਜਾ ਕੇ ਆਪਣੀ ਲਾਉਂਦਾ ਹੈ ਗੱਡੀ ਔਰ ਉਹ ਡਰਾਈਵਰ ਬਣਦਾ। ਕਦੀ ਇੱਧਰੋਂ ਛਿੱਲੀ ਹੁੰਦੀ, ਕਦੀ ਇੱਧਰੋਂ ਛਿੱਲੀ ਹੁੰਦੀ। ਹਾਂ, ਤੁਸੀਂ ਅਗਰ ਪਾਰਕਿੰਗ ਕਮੇਟੀ ਵਾਲਿਆਂ ਨੂੰ ਪੈਸੇ ਦੇਤੇ ਨੇ ਤਾਂ ਠੀਕ ਆ, ਨਹੀਂ ਦਿੱਤੇ ਤਾਂ ਉਹਨੇ ਗੁੱਸੇ ਨਾਲ ਹੀ ਮੋੜ ਦਿਆਂ ਕਿ ਤੁਹਾਡੀ ਕੋਈ ਲੈਟ ਲੂਟ ਦਾ ਸਿਰ ਲੈ ਜਾਣਾ। ਫਿਰ ਇੱਕ ਹੋਰ ਮਾਫੀਆ ਦੇ ਨਾਲ ਇੱਕ ਛੋਟਾ ਬੱਚਾ ਹੁੰਦਾ, ਛੋਟੇ ਬੱਚੇ ਨਾਲ ਕੀ ਕਹਿੰਦਾ ਹੈ, ਭਾਈ ਗੱਡੀ ਧਵਾਓਗੇ ਤੇ ਖਿਲਾਰਨੀ ਹੈ, ਨਹੀਂ ਤੇ ਨਹੀਂ, ਗੱਡੀ ਪੂਰੀ ਨਹੀਂ ਧਵਾਣੀ, ਸਿਰਫ ਟਾਇਰ ਧਵਾ ਲਓ, ਸਕਰੀਨ ਤੇ ਕੱਪੜਾ ਮਰਵਾ ਲਓ। ਇਹ ਇੱਕ ਐਸਾ ਮਾਫੀਆ ਜਿਹੜੀਆਂ ਸਾਡੀਆਂ ਨਜ਼ਰਾਂ ਤੋਂ ਹੁਣ ਤੱਕ ਓਝਲ ਸੀਗਾ। ਸੱਤ ਦੀ ਅੱਖ ਪੈ ਗਈ ਹੈ ਤੇ ਬਲਕਿ ਟਿਕ ਗਈ ਹੈ ਇਸ ਦੇ ਉੱਤੇ ਸੱਤ ਦੀ ਅੱਖ, ਔਰ ਅਸੀਂ ਇਹਨੂੰ ਦੇਖਿਆ ਕਿ ਇਹ ਵੀ ਇੱਕ ਮਾਫੀਆ ਪਾਰਕਿੰਗ ਦੀ ਸ਼ਕਲ 'ਚ ਮੌਜੂਦ ਹੈ। ਤੁਸੀਂ ਆਉਂਦੇ ਹੋ, ਗੱਡੀ ਲਾਈ, ਗੱਡੀ ਦੇ ਵਿੱਚੋਂ ਨਿਕਲੋ, ਚਾਬੀ ਅਗਲੇ ਦੇ ਹਵਾਲੇ ਕਰ ਦਿਓ। ਜਨਾਬ ਤੁਸੀਂ ਨਹੀਂ ਹੁਣ ਇੱਥੇ ਗੌਰ ਕਰਨਾ, ਤੁਹਾਡੀ ਗੱਡੀ 'ਚ ਕੀਮਤੀ ਚੀਜ਼ਾਂ ਅੱਲਾ ਦੀ ਸਪੁਰਦ ਆ ਉਹਨਾਂ ਦਾ, ਔਰ ਜਿਹੜੀ ਵੀ ਤੁਹਾਡੀ ਕੋਈ ਕੀਮਤੀ ਚੀਜ਼ ਪਈ ਹੈ ਉਹ ਤੁਸੀਂ ਚੁੱਕ ਕੇ ਨਾਲ ਖੜ ਕੇ ਲੈ ਜਾਣੀ, ਗੱਡੀ ਦਾ ਕੋਈ ਫਾਇਦਾ ਨਹੀਂ ਹੈਗਾ। ਹਾਂ, ਚਾਬੀ ਉਹਨਾਂ ਨੂੰ ਫੜਾਉਣ ਤੋਂ ਬਾਅਦ ਤੁਸੀਂ ਉਹਨਾਂ ਦੇ 2-3 ਬੰਦੇ ਡਰਾਈਵਰ ਬਣਾਉਣੇ ਨੇ। ਡਰਾਈਵਰ ਬਣਾਉਣ ਤੋਂ ਬਾਅਦ ਤੁਸੀਂ ਕਿਤੇ ਵਾਪਸ ਆਉਂਦੇ ਹੋ, ਤੁਸੀਂ ਇੱਥੇ ਖੜੀ ਕਰਕੇ ਗਏ ਹੋ ਗੱਡੀ, ਔਰ 500-600 ਮੀਟਰ ਦੂਰ ਤੋਂ ਪੈਦਲ ਵੀ ਚੱਲ ਕੇ ਜਾਣਾ ਪਏਗਾ ਕਿ ਭਾਈ ਇੱਥੇ ਨਹੀਂ, ਇੱਥੇ ਨਹੀਂ, ਉੱਥੇ ਨਹੀਂ, ਉੱਥੇ ਨਹੀਂ, ਉੱਥੇ ਹਾਂ, ਉੱਥੇ ਕਿਤੇ ਮੇਰੀ ਗੱਡੀ ਖੜੀ ਹੈ। ਔਰ ਇੱਕ ਇਹਨਾਂ ਦੀ ਬੀਟ ਸਿਸਟਮ ਹੈ, ਇੱਕ ਬੀਟ ਦੇ ਵਿੱਚ 3-4 ਇਹਨਾਂ ਦੇ ਆਪਰੇਟਰ ਨੇ ਪਰਚੀਆਂ ਵਾਲੇ ਜਿਹੜੇ ਪਰ ਉਹ ਕਹਿੰਦਾ ਜੀ ਆ ਨੀਲੇ ਰੰਗ ਦੀ ਪਰਚੀ ਨਹੀਂ, ਇਹ ਮੇਰੀ ਨਹੀਂ ਹੈ, ਮੈਂ ਤਾਂ ਲਾਲ ਪੈਨਸਲ ਦੇ ਨਾਲ ਉੱਤੇ ਲਿਖਿਆ ਹੋਇਆ ਸੀ। ਇੱਕ ਬਾਕਾਇਦਾ ਮਾਫੀਆ ਦੀ ਸ਼ਕਲ ਇਖਤਿਆਰ ਕਰ ਗਿਆ ਹੈ। ਇਹਨਾਂ ਦਾ ਰੈਵਨਿਊ ਜਿਹੜਾ ਵਾ ਉਹ ਕਿੱਧਰ ਜਾ ਰਿਹਾ ਹੈ, ਉਹ ਸਾਡਾ ਪੈਸਾ ਕਿੱਥੇ ਯੂਟਿਲਾਈਜ਼ ਹੋ ਰਿਹਾ ਹੈ, ਕੋਈ ਪਤਾ ਨਹੀਂ। ਸਭ ਤੋਂ ਇੰਟਰਸਟਿੰਗ ਫੈਕਟਰ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਅਗਰ ਤੁਹਾਡੀ ਗੱਡੀ ਖੁਦਾ ਨਾ ਖਾਸਤਾ ਹੋ ਗਈ ਹੈ ਚੋਰੀ, ਤੇ ਉਹਦੇ 'ਚ ਪਾਰਕਿੰਗ ਕੰਪਨੀ ਕੋਈ ਜ਼ਿੰਮੇਦਾਰ ਨਹੀਂ। ਉਹ ਕਹਿੰਦੀ ਸਾਡਾ ਜ਼ੁਮਾ ਉਸ ਪੰਜਾਬੀ ਜਿਹਨੂੰ ਕਹਿੰਦੇ ਨੇ, ਤੇ ਉਹਨਾਂ ਜ਼ੁਮਾ ਤੇ ਉਸ ਪਾਸੇ ਭਾਈ ਉਹਨਾਂ ਨੇ ਕਹਿਣਾ ਅਸੀਂ ਤਾਂ ਲਿਖਿਆ ਜੀ ਪਰਚੀ ਦੇ ਉੱਤੇ ਤੇ ਤੁਹਾਡੀ ਗੱਡੀ ਗਵਾਚ ਗਈ ਹੈ, ਜਾਓ ਲੱਭੋ ਆਪੇ ਜਾਂ ਜਾ ਕੇ ਥਾਣੇ ਰਪਟ ਕਰਾਓ। ਹੁਣ ਅਸੀਂ ਕੀ ਕਰੀਏ? ਅੱਖ ਰੱਖ ਰਹੇ ਹਾਂ ਇਸ ਇਸ਼ੂ ਦੇ ਉੱਤੇ, ਪਾਰਕਿੰਗ ਹਲੇ ਚੱਲ ਹੀ ਰਹੀ ਹੈ। ਆਜੋ ਮੇਰੇ ਨਾਲ ਜਰਾ, ਹੋਰ ਸੱਤ ਦੀ ਅੱਖ। ਨਾਜ਼ਰੀਨ, ਸੱਤ ਦੀ ਅੱਖ ਅਸੀਂ ਰੱਖੀ ਹੋਈ ਹੈ, ਯਾਨੀ ਕਿ ਇੰਜ ਕਰਕੇ ਰੱਖੀ ਹੋਈ ਹੈ ਇਸ ਮਸਲੇ ਦੇ ਉੱਤੇ ਕਿ ਪਾਰਕਿੰਗ ਫੈਸਲਾਬਾਦ ਲੈਲਪੁਰ ਯਾਨੀ ਕਿ ਮੈਨਚੈਸਟਰ ਆਫ ਪਾਕਿਸਤਾਨ ਦਾ ਪਾਰਕਿੰਗ ਦਾ ਮਸਲਾ ਕਿੱਡਾ ਵੱਡਾ ਵਾ, ਜਿੱਡਾ ਵੱਡਾ ਸ਼ਹਿਰ ਆ ਉਸ ਤੋਂ ਦੁੱਗਣਾ ਵੱਡਾ ਮਸਲਾ ਨਾਜ਼ਰੀਨ ਇਹ। ਔਰ ਇਸ ਮਸਲੇ ਦੇ ਸਿਲਸਿਲੇ 'ਚ ਅਸੀਂ ਗੱਲ ਕਰਦਿਆਂ ਲੋਕਾਂ ਦੇ ਵੀ ਪੁਆਇੰਟ ਆਫ ਵਿਊ ਲੈ, ਤੁਸੀਂ ਦੇਖਿਆ ਕਿ ਅਸੀਂ CTO ਸਾਹਿਬ ਦੇ ਕੋਲ ਵੀ ਜਾ ਕੇ ਬੈਠੇ ਔਰ ਸਾਨੂੰ ਉਹਦੀ ਕੋਈ ਖਾਤਰ ਖਾ ਜਿਹੜਾ ਨਾ ਕੋਈ ਤਸੱਲੀ ਨਹੀਂ ਹੋਈ। ਇਹ ਉਹ ਦਿਓ, ਉਹ ਜੁਆਇੰਟ, ਉਹ ਅਨਸੋਲਵਡ ਮਸਲਾ ਬਣ ਗਿਆ ਹੈ ਜਿਹਦਾ ਕੋਈ ਹੱਲ ਮੌਜੂਦ ਨਹੀਂ ਹੈਗਾ। ਬਹੁਤ ਸਾਰੀਆਂ ਪਲੈਨਿੰਗਾਂ ਹੋਈਆਂ, ਬਹੁਤ ਸਾਰੇ ਫੰਡਸ ਲੱਗੇ, ਬਹੁਤ ਕੁਛ ਕੀਤਾ ਗਿਆ, ਲੇਕਿਨ ਇਹ ਮਸਲਾ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਖੜਾ। ਮੈਂ ਰੇਲ ਬਾਜ਼ਾਰ ਦੇ ਇੱਕ ਐਸੇ ਤਾਜਰ ਮੇਰੇ ਕੋਲ ਮੌਜੂਦ ਨੇ ਜਿਹੜੇ ਦੂਸਰੀ ਨਸਲ ਤੋਂ, ਯਾਨੀ ਕਿ ਇਹਨਾਂ ਦੇ ਬਜ਼ੁਰਗ ਵੀ ਇੱਥੇ ਹੀ ਸੀ ਇਸੇ ਬਾਜ਼ਾਰ ਦੇ ਵਿੱਚ, ਔਰ ਹੁਣ ਇਹ ਨੌਜਵਾਨ ਵੀ ਇੱਥੇ ਆਪਣਾ ਬਿਜ਼ਨਸ ਕਰ ਰਹੇ ਨੇ। ਇਹਨਾਂ ਨਾਲ ਗੱਲ ਕਰਦੇ ਹਾਂ। ਅਸਲਾਮ ਵਾਲੇਕੁਮ। ਵਾਲੇਕੁਮ अस्सलाम। ਭਾਈ ਜੀ ਆਪਣਾ ਨਾਮ ਦੱਸੋ। मोहसिन अली जी। ਮੋਹਸਨ ਭਾਈ, ਇਹ ਦੱਸਣਾ ਕਿ ਤੁਸੀਂ ਮੇਰੀ ਇਤਲਾਹ ਦੇ ਮੁਤਾਬਕ ਤੁਹਾਡੀ ਸੈਕੰਡ ਜਨਰੇਸ਼ਨ ਹੈ, ਬਲਕਿ ਹੁਣ ਥਰਡ ਜਨਰੇਸ਼ਨ ਵੀ, ਤੁਹਾਡੇ ਬੱਚੇ ਵੀ ਆ ਕੇ ਬੈਠਣਾ ਸ਼ੁਰੂ ਹੋ ਗਏ ਨੇ। ਪਾਰਕਿੰਗ ਦਾ ਮਸਲਾ ਹੈ ਫੈਸਲਾਬਾਦ ਦੇ ਵਿੱਚ, ਔਰ ਅਸੀਂ ਸਾਰਾ ਦਿਨ ਹੋ ਗਿਆ ਇੱਥੇ ਫਿਰਦੇ ਹਾਂ, ਸਾਨੂੰ ਇਸ ਦਾ ਕੋਈ ਸੋਲੂਸ਼ਨ ਨਜ਼ਰ ਨਹੀਂ ਆਇਆ। ਕੀ ਕਹਿਣਾ ਚਾਹੁੰਦੇ ਹੋ ਬੈਸੀਅਤ ਤਾਜਰ? ਇਹਦਾ ਬਹੁਤ ਪੁਰਾਣਾ ਮਸਲਾ ਹੈਗਾ ਜਿਹਦੇ ਤੇ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਅੱਜ ਤੋਂ ਬਹੁਤ ਪਹਿਲੇ 1923 ਦੇ ਵਿੱਚ ਤਕਰੀਬਨ ਕਮਿਸ਼ਨਰ ਤਸਲੀਮ ਨੌਰਾਨੀ ਸਾਹਿਬ ਨੇ ਇੱਕ ਮਾਸਟਰ ਪਲਾਨ ਦਿੱਤਾ ਸੀ ਫੈਸਲਾਬਾਦ ਵਾਸਤੇ, ਲੇਕਿਨ ਉਹ ਮਾਸਟਰ ਪਲਾਨ ਵੈਸੇ ਦਾ ਵੈਸੇ ਹੀ ਪਿਆ ਹੈ। 2015 ਦੇ ਵਿੱਚ ਤਕਰੀਬਨ ਆ ਜਿਹੜਾ ਨੁੱਕਰ ਤੇ ਪਾਰਕਿੰਗ ਪਲਾਜ਼ਾ ਸ਼ੁਰੂ ਕੀਤਾ ਗਿਆ ਉਹ ਹਜੇ ਤੱਕ ਮੁਕੰਮਲ ਨਹੀਂ ਹੋਇਆ। ਉਹ 2017 'ਚ ਹੋਣਾ ਸੀ, ਉਹ 2017 ਪਤਾ ਨਹੀਂ ਕਦੋਂ ਨੂੰ ਆਉਣਾ ਹੈ। ਤੁਸੀਂ ਹਰ ਬਾਜ਼ਾਰ ਦੇ ਵਿੱਚ ਜਾ ਕੇ ਦੇਖੋ 2 ਤੋਂ 3 4 ਲਾਈਨਾਂ ਲੱਗੀਆਂ ਮੋਟਰਸਾਈਕਲਾਂ ਦੀਆਂ। ਆਖਰ ਪਰਚੀ ਸਿਸਟਮ ਹੈਗੀ ਹੈ, ਕੌਣ ਇਹਨੂੰ ਲੈ ਰਿਹਾ ਹੈ? ਲੇਕਿਨ ਲੋਕਾਂ ਨੂੰ ਮੁਸੀਬਤ ਹੈ, ਲੋਕ ਤਾਂ ਤਾਜਰਾਂ ਨੂੰ ਤੇ ਆਪਣੀ ਪਾਰਕਿੰਗ ਕਰਨ ਵਾਸਤੇ ਮੋਟਰਸਾਈਕਲਾਂ ਵਾਸਤੇ ਮੁਸ਼ਕਿਲ ਹੈਗਾ, ਗੱਡੀਆਂ ਵਾਸਤੇ ਮੁਸ਼ਕਿਲ ਹੈ। ਲਿਫਟ ਆਉਂਦਾ ਹੈ ਉਹ ਚੁੱਕ ਕੇ ਲੈ ਜਾਂਦਾ ਹੈ, ਲੇਕਿਨ ਪਾਰਕਿੰਗ ਜਿਉਂ ਦੀ ਤੋਂ ਹੀ ਹੈਗੀ ਹੈ। ਇਹ ਉਸ ਮਸਲੇ ਵਾਸਤੇ ਅਗਰ ਤੁਸੀਂ ਆਵਾਜ਼ ਉਠਾ ਰਹੇ ਹੋ ਤਾਂ ਬੜੀ ਅੱਛੀ ਗੱਲ ਹੈਗੀ ਹੈ। ਹੁਸਨ ਭਾਈ, ਮੈਂ ਨਾ ਅਸੀਂ CTO ਸਾਹਿਬ ਕੋਲ ਬੈਠੇ ਸੀ ਤਾਂ ਉਹਨਾਂ ਨੇ ਸਾਨੂੰ ਤਸੱਲੀ ਵਾਸਤੇ ਉਹਨਾਂ ਨੇ ਕਿਹਾ ਜੀ ਕਿ ਪਹਿਲੇ 4 ਲਾਈਨਾਂ ਹੁੰਦੀਆਂ ਸੀ, ਅਸੀਂ ਹੁਣ ਤਾਜਰਾਂ ਦੇ ਨਾਲ ਮਿਲ ਕੇ ਮੀਟਿੰਗ ਕੀਤੀ ਔਰ ਫਲਾਂ ਹੋ ਗਿਆ, ਇਹ ਹੋ ਗਿਆ। ਸਾਨੂੰ ਤਸੱਲੀ ਦੇਣ ਦੀ ਖਾਤਰ ਉਹਨਾਂ ਨੇ ਕਿਹਾ ਜੀ ਔਨ ਗਰਾਊਂਡ ਜਿਹੜੀਆਂ ਇਸ ਟਾਈਮ 2 ਲਾਈਨਾਂ ਨੇ, ਲੇਕਿਨ ਸਾਡਾ ਕੈਮਰਾ ਵੀ ਵਿਖਾ ਰਿਹਾ ਹੋਏਗਾ, ਅਸੀਂ ਤੁਹਾਨੂੰ ਦਿਖਾਉਂਦੇ ਕਿ ਕਚਹਿਰੀ ਬਾਜ਼ਾਰ 'ਚ ਸਟਿਲ 4 ਲਾਈਨਾਂ ਤੇ ਮੋਟਰਸਾਈਕਲ ਦੀਆਂ ਨੇ। ਉਸ ਤੋਂ ਬਾਅਦ ਇੱਕ ਕਾਰਾਂ ਦੀ ਲੱਗੀ ਹੋਈ ਹੈ, ਔਰ ਉਸ ਤੋਂ ਬਾਅਦ ਉਹ ਹੈਗੀ ਹੈ ਜਿਹਨੂੰ ਲਿਫਟ ਰੋਕਣਗੀ ਜੀ ਪਾ ਕੇ ਤੇ ਲੈ ਜਾ, ਉਹ ਵੀ ਲੈ ਜਾਂਦਾ। ਉਸ ਤੋਂ ਇਲਾਵਾ ਤੁਸੀਂ ਇਹ ਦੇਖੋਗੇ 4 ਲਾਈਨਾਂ ਤੇ ਇੱਕ ਸਾਈਡ ਦੇ ਉੱਤੇ ਹੈਗੇ ਆ, ਦੂਸਰੀ ਸਾਈਡ ਦੇ ਉੱਤੇ ਅਲੱਗਾ ਪਾਰਕਿੰਗ ਹੋ ਰਹੀ ਹੈ, ਫਿਰ ਵੀ ਉਹ ਰਸਤਾ ਲੋਕਾਂ ਨੂੰ ਆਵਾਮ ਨੂੰ ਮੁਸ਼ਕਿਲ ਹੈਗਾ ਹੈ। ਇਸ ਤੋਂ ਇਲਾਵਾ ਵੀ ਪਾਰਕਿੰਗ ਦਾ ਮਸਲਾ ਤੇ
ਜਿਹੜੇ 3 ਪਲਾਜ਼ੇ ਹੈਗੇ ਉਹ ਕਿਉਂ ਨਹੀਂ ਤਮੀਰ ਕੀਤੇ ਜਾ ਰਹੇ। ਇੱਕ ਪਲਾਜ਼ੇ ਦੇ ਵਿੱਚ ਕਮ ਅਜ਼ ਕਮ 3000 ਗੱਡੀ ਪਾਰਕ ਹੋ ਸਕਦੀ ਹੈ, ਸ਼ਹਿਰ ਦਾ ਮਸਲਾ ਸੋਲਵ ਹੋ ਸਕਦਾ ਹੈ, ਲੇਕਿਨ ਉਹਦੇ ਤੇ ਕੋਈ ਤਵੱਜੋ ਨਹੀਂ ਹੈ। ਸ਼ਹਿਰ ਦਾ ਮਸਲਾ ਤੇ ਮੋਹਸਨ ਭਾਈ 10 ਸਾਲ ਹੋਵੇ ਜੇ ਕੋਈ ਅਰਬਾਬੇ ਇਖਤਿਆਰ ਨੂੰ ਸੋਲਵ ਕਰਨਾ ਚਾਹਣ ਤੇ ਇੱਥੇ ਇਤਨੇ ਬੜੇ ਮਾਫੀਆਜ਼ ਮੌਜੂਦ ਨੇ। ਮੈਂ ਤੁਹਾਨੂੰ ਮਜ਼ੇ ਦੀ ਇੱਕ ਗੱਲ ਦੱਸਦਾ ਕਿ ਮੈਂ ਥੋੜੀ ਦੇਰ ਪਹਿਲੇ ਕਚਹਿਰੀ ਬਾਜ਼ਾਰ ਦੇ ਬਾਹਰ ਇੱਕ ਪਾਰਕਿੰਗ ਹੈ, ਪਾਰਕਿੰਗ ਵਾਲੇ ਭਾਈ ਨੂੰ ਜਾ ਕੇ ਉਹ ਮੈਂ ਆਪਣਾ ਪਰਚੀ ਲਈ ਉਹਦੇ ਕੋਲ ਪਾਰਕਿੰਗ ਦੀ, ਔਰ ਉਹ ਪਰਚੀ ਦੇ ਉੱਤੇ ਗਵਾਹ ਦੇ ਤੌਰ ਤੇ ਲਿਖਿਆ ਕਿ ਭਾਈ ਤੁਸੀਂ ਪਰਚੀ ਵੀ ਦੇਣੀ, ਫੀਸ ਵੀ ਦੇਣੀ, ਗੱਡੀ ਵੀ ਖਿਲਾਰਨੀ ਹੈ, ਲੇਕਿਨ ਅਗਰ ਗੱਡੀ ਗੁੰਮ ਹੋ ਗਈ ਤਾਂ ਸਾਡਾ ਜ਼ਿੰਮਾ ਵੀ ਕੋਈ ਨਹੀਂ। ਇਹ ਤੇ ਕੀ ਇਹ ਸਭ ਤੋਂ ਬੜਾ ਮਸਲਾ ਇਹ ਹੈ, ਸਿਰਫ ਲੁੱਟ ਰਹੇ ਨੇ ਆਵਾਮ ਨੂੰ, ਹੋਰ ਕੁਝ ਵੀ ਨਹੀਂ ਹੈ। ਉਹਨੂੰ 20 ਰੁਪਏ 30 ਰੁਪਏ 50 100 ਦੀ ਪਰਚੀ ਮੋਟਰਸਾਈਕਲ ਗੱਡੀ ਦੀ ਦੇ ਰਿਹਾ, ਉਹਦੇ ਨੀਚੇ ਲਿਖਿਆ ਹੈ ਕਿ ਅਦਾਰਾ ਜ਼ਿੰਮੇਦਾਰ ਨਹੀਂ ਹੋਗਾ, ਪਾਰਕਿੰਗ ਵਾਲਾ ਜ਼ਿੰਮੇਦਾਰ ਨਹੀਂ ਹੋਗਾ। ਇਹ ਲੁੱਟ ਰਹੇ ਨੇ, ਹੋਰ ਇਹਦੇ 'ਚ ਕੀ ਹੈਗਾ ਹੈ? ਆਵਾਮ ਲਈ ਮੁਸ਼ਕਲਾਤ ਨੇ, ਤਕਲੀਫ ਹੈ, ਇਹਦਾ ਕੌਣ ਜ਼ਿੰਮੇਦਾਰ ਹੈ? ਕਿਸੇ ਨੂੰ ਪੁੱਛ ਲਓ, ਕੋਈ ਵੀ ਨਹੀਂ ਹੋਵੇਗਾ। ਮਾਫੀਆ ਹੈਗੇ ਨੇ, ਆਪਣੀ ਮਨਾਪਲੀ ਹੈਗੀ ਆ, ਕੋਈ ਕਿਸੇ ਨੂੰ ਪੁੱਛ ਕੇ ਅੱਛੀ ਨਹੀਂ ਹੈਗਾ, ਉਹ ਪੈਸੇ ਵੀ ਲੈਂਦਾ ਹੈ, ਉਹਦੀ ਜ਼ਿੰਮੇਦਾਰੀ ਵੀ ਨਹੀਂ ਹੈ। ਅੱਛਾ, ਮਾਫੀਆ ਔਰ ਮਨਾਪਲੀ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਮੋਹਸਨ ਭਾਈ। ਇਹ ਇੱਕ ਤਾਂ ਹੋ ਗਈ ਫੈਸਲਾਬਾਦ ਪਾਰਕਿੰਗ ਕੰਪਨੀ ਜਿਹੜੀਆਂ ਨੀਲੀਆਂ ਜਿਹੀਆਂ ਜੈਕਟਾਂ ਪਾ ਕੇ ਭਾਈ ਸਾਡੇ ਕੋਲ ਪਰਚੀ ਲੈਂਦੇ ਨੇ 20 ਜਾਂ 30 ਰੁਪਏ ਦੀ। ਇੱਕ ਹੋਰ ਆੜਾ ਏਰੀਆ ਸਾਡੇ ਰਾਈਟ ਸਾਈਡ ਦੇ ਉੱਤੇ ਆ ਗੁੰਮਟੀ ਤੋਂ ਲੱਗ ਕੇ ਤੇ ਬਰੂਨ ਚਨਿਓਟ ਬਾਜ਼ਾਰ ਤੱਕ, ਅੱਗੇ ਉਹ ਫੈਸਲਾਬਾਦ ਪ੍ਰੈਸ ਕਲੱਬ ਤੋਂ ਹੁੰਦਾ ਜ਼ਿਲ੍ਹਾ ਕੌਂਸਲ ਅੱਗੇ ਕਚਹਿਰੀਆਂ ਦੇ ਨਾਲ ਇਧਰੋਂ ਹਲਾਲੇ ਅਮਰ ਹਸਪਤਾਲ ਤੱਕ, ਇਹ ਤਕਰੀਬਨ ਐਚ ਸ਼ੇਪ ਬਣਦੀ ਹੈ। ਇਹਦੇ ਵਿੱਚ ਅਗਰ ਤੁਸੀਂ ਗੱਡੀ ਖੜੀ ਕਰੋ ਤਾਂ ਸਭ ਤੋਂ ਪਹਿਲੇ ਤੁਹਾਨੂੰ ਘੂਰਦਾ ਬੰਦਾ, ਉਸ ਤੋਂ ਬਾਅਦ ਉਹ ਕਹਿੰਦਾ ਕਿ ਭਾਈ ਇਹ 50 ਰੁਪਏ ਘੰਟਾ ਲੱਗਣੇ ਨੇ। ਅੱਛਾ, ਘੰਟੇ ਤੋਂ ਬਾਅਦ ਵਾਪਸ ਆਓਗੇ ਤਾਂ ਕਹਿੰਦਾ ਜੁਰਮਾਨਾ ਪੈ ਗਿਆ ਭਾਈ, ਹੁਣ ਤੇਰੇ ਕੋਲ 200 ਲੈਣਾ, ਇਹ ਪ੍ਰਾਈਵੇਟ ਪਾਰਕਿੰਗ ਆ। ਅੱਛਾ, ਇਹ ਕੌਣ ਲੋਕ ਨੇ, ਕਿਸ ਤਰ੍ਹਾਂ ਦਾ ਮਾਫੀਆ ਹੈ ਤੇ ਇਹ ਪੈਸੇ ਸਾਡੇ ਕਿੱਧਰ ਜਾ ਰਹੇ? ਮਾਫੀਆ ਹੀ ਤੇ ਪਾਰਕਿੰਗ ਨੂੰ ਬਣਾਉਣ ਨਹੀਂ ਦਿੱਤੇ ਜਾ ਰਹੇ। ਇਹਦੇ 'ਚ ਬੜੇ ਮਾਫੀਆ ਨੇ। ਮਾਫੀਆ ਨੂੰ ਕੌਣ ਕੰਟਰੋਲ ਕਰੇਗਾ? ਹਕੂਮਤ ਦਾ ਹੁੰਦਾ ਹੈ, ਹਕੂਮਤ ਦੀ ਰੇਟ ਹੋਏਗੀ ਤੇ ਕੰਟਰੋਲ ਕਰੇਗਾ। ਹਕੂਮਤ ਇਹਦੇ 'ਚ ਕੁਝ ਕਰ ਹੀ ਨਹੀਂ ਸਕਦੀ ਹੈ। ਅਗਰ ਸਾਡਾ ਪਾਰਕਿੰਗ ਪਲਾਜ਼ਾ ਇੱਕ ਜਿਹੜਾ ਅਸੀਂ ਆਪਣੇ ਨਾਜ਼ਰੀਨ ਨੂੰ ਅੱਗੇ ਦਿਖਾਇਆ ਵੀ ਹੈ, ਉਹ ਅਗਰ ਤਮੀਰ ਹੋ ਜਾਂਦਾ ਤੇ ਉਹਦੀ ਮੈਂ ਬੇਸਮੈਂਟ ਸਿਰਫ ਦਿਖਾਈ ਹੈ, ਸਰੀਆ ਪਿਆ, ਉਹਨੂੰ ਹੁਣ ਜਹਾਜ਼ ਲਿਜਾਣੇ ਸ਼ੁਰੂ ਹੋ ਗਏ, ਉੱਥੇ ਬਕਾਇਦਾ 에ਅਰਪੋਰਟ ਬਣ ਗਿਆ ਉਹਨਾਂ ਜਹਾਜ਼ਾਂ ਦਾ ਜਿਹੜੇ ਟੀਕੇ ਟੂਕੇ ਲਾਉਂਦੇ ਨੇ। ਅੱਛਾ, ਉਹ ਇਹ ਬੇਸਮੈਂਟ ਦੇ ਵਿੱਚ ਤਕਰੀਬਨ 350 400 ਗੱਡੀ ਔਰ 8 ਫਲੋਰਾਂ ਤੱਕ ਉਹਨੇ ਜਾਣਾ ਸੀ। ਅਗਰ ਉਹ ਆਕੂਪਾਈ ਹੋ ਜਾਂਦਾ ਇਸ ਤਰ੍ਹਾਂ, ਇੱਕ ਪਲਾਜ਼ਾ ਅਗਰ ਤਮੀਰ ਹੁੰਦਾ ਤੇ ਤਕਰੀਬਨ 2,500 ਤੋਂ 3,000 ਗੱਡੀ ਉੱਥੇ ਖਲੋਂਦੀ ਹੈ। ਅੱਧਾ ਮਸਲਾ ਤਕਰੀਬਨ ਆधी ਪਾਰਕਿੰਗ ਮਸਲਾ ਹੱਲ ਹੋ ਜਾਏਗਾ। ਇਹ 3 ਪਲਾਜ਼ੇ ਸੀ, ਇੱਕ ਉਹ ਜ਼ੈਲ ਘਰ ਵਾਲੀ ਜਗ੍ਹਾ ਤੇ ਇੱਕ ਬਾਹਰ ਗੱਲਾ ਮੰਡੀ ਵਾਲੀ ਜਗ੍ਹਾ ਤੇ ਇੱਕ ਉਹ ਜਿੱਥੇ ਆਪਣਾ ਅਗਰ ਇਹ 2 ਹੀ ਮੁਕੰਮਲ ਹੋ ਜਾਣ ਤਾਂ ਮੈਂ ਕਹਿੰਦਾ ਪਾਰਕਿੰਗ ਦਾ ਬਹੁਤ ਸਾਰਾ ਮਸਲਾ ਹੱਲ ਹੋ ਜਾਏ। ਬਾਜ਼ਾਰਾਂ ਦਾ ਜਿਹੜਾ ਪਾਰਕਿੰਗ ਦਾ ਮਸਲਾ 2 ਤੋਂ 3 4 ਲਾਈਨਾਂ ਹੈਗੀਆਂ ਨੇ, ਉਹਦੇ 'ਚੋਂ ਟ੍ਰੈਫਿਕ ਕਿਸ ਤਰ੍ਹਾਂ ਗੁਜ਼ਰਨੀ ਹੈ? ਤੁਸੀਂ ਦੇਖੋਗੇ ਹਰ ਜਗ੍ਹਾ ਰਸ਼ ਹੈਗਾ ਹੈ। ਤੁਸੀਂ ਇੱਥੇ ਰੇਲ ਬਾਜ਼ਾਰ ਦੇ ਵਿੱਚ ਤਕਰੀਬਨ ਦੂਸਰੀ ਨਸਲ ਤੋਂ ਕੰਮ ਕਰ ਰਹੇ ਹੋ, ਤੁਸੀਂ ਕੀ ਦੇਖਦੇ ਹੋ ਕਿ ਜਦੋਂ ਇੱਕ ਕਸਟਮਰ ਆਉਂਦਾ ਹੈ, ਉਸ ਕਸਟਮਰ ਦੀ ਗੱਡੀ ਜਾਂ ਮੋਟਰਸਾਈਕਲ ਖੜੀ ਕਰਨ ਵਾਸਤੇ ਉਹ ਫਿਰ ਦੁਕਾਨਦਾਰਾਂ ਨੂੰ ਕੀ ਪ੍ਰੋਬਲਮ ਪੇਸ਼ ਆਉਂਦੇ ਨੇ, ਉਹ ਜ਼ਰਾ ਦੱਸੋ ਸਾਨੂੰ। ਦੁਕਾਨਦਾਰਾਂ ਨੂੰ ਇਹ ਮਸਲਾ ਹੈਗਾ ਕਿ ਉਹ ਫਿਰ ਲੜਾਈ ਝਗੜਾ ਹੀ ਹੈ, ਔਰ ਕੁਝ ਵੀ ਨਹੀਂ ਹੈ। ਅਗਲਾ ਇੱਕ ਬੰਦੇ ਨੂੰ ਕਹੋਗੇ ਪਾਰਕਿੰਗ, ਉਹ ਕਹਿੰਦਾ ਮੈਂ ਆਇਆ 2 ਮਿੰਟ, ਉਹ ਵੀ ਠੀਕ ਹੁੰਦਾ, ਕਹਿੰਦਾ ਯਾਰ ਵੀ ਬਾਜ਼ਾਰ 'ਚ ਕੰਮ ਆਏ ਆ ਤੇ ਕਿੱਥੇ ਲਾਈਏ ਹੁਣ ਕਈ ਤੱਕ ਥੋੜੀ ਦੇਰ ਲਈ, ਲੇਕਿਨ ਉਹ ਲਗਾ ਕੇ ਲੋਕਾਂ ਲਈ ਤਕਲੀਫ ਬਣਦੀ ਹੈ। ਉਹ ਦੁਕਾਨਦਾਰਾਂ ਲਈ ਵੀ ਤਕਲੀਫ ਹੈਗੀ ਹੈ, ਆਵਾਮ ਲਈ ਵੀ ਤਕਲੀਫ ਹੈਗੀ ਹੈ। ਦੁਕਾਨਦਾਰਾਂ ਲਈ ਇਸ ਤਰ੍ਹਾਂ ਤਕਲੀਫ ਹੈਗੀ ਕਿ ਉਹਨਾਂ ਦੇ ਕਾਰੋਬਾਰ ਦਾ ਨੁਕਸਾਨ ਹੁੰਦਾ ਹੈ ਅਗਰ ਪਾਰਕਿੰਗ ਹੋ ਜਾਏ। ਠੀਕ ਹੈ, ਉਹ ਪਾਰਕਿੰਗ ਲਗਾ ਕੇ ਸਾਰਾ ਦਿਨ ਆਉਂਦਾ ਨਹੀਂ, ਉਹ ਕਹਿੰਦਾ ਅਸੀਂ ਕਿੱਥੇ ਲਗਾਈਏ, ਉਹ ਕਹਿੰਦਾ ਹੋਰ ਕਿਤੇ ਜਗ੍ਹਾ ਨਹੀਂ ਹੈ। ਇਸ ਲਈ ਹਕੂਮਤ ਨੂੰ ਚਾਹੀਦਾ ਹੈਗਾ ਹੈ, ਜਿਹੜੇ ਅਰਬਾਬੇ ਇਖਤਿਆਰ ਨੇ ਫੈਸਲਾਬਾਦ ਦੇ ਇੱਥੇ ਸਾਰੇ ਕਰਦੇ ਧਰਤੇ ਨੇ, ਉਹਨਾਂ ਨੂੰ ਚਾਹੀਦਾ ਹੈਗਾ ਕਿ ਇੱਕ ਇਹਦਾ ਅੱਛਾ ਤਰੀਕੇ ਦਾ ਹੱਲ ਕੱਢਿਆ ਜਾਏ, ਇਸ ਹੱਲ, ਤਾਂ ਕਿ ਜਿਹਦੇ ਨਾਲ ਆਵਾਮ ਨੂੰ ਵੀ ਆਸਾਨੀ ਹੋਵੇ, ਦੁਕਾਨਦਾਰਾਂ ਨੂੰ ਆਸਾਨੀ ਹੋਵੇ, ਤਾਜਰਾਂ ਲਈ ਵੀ ਆਸਾਨੀ ਹੋਵੇ, ਔਰ ਗਾਹਕਾਂ ਲਈ ਵੀ ਆਸਾਨੀ ਹੋਵੇ। ਲੋਕਾਂ ਲਈ ਜਿਹੜਾ ਸ਼ਹਿਰ ਦੇ ਵਿੱਚ ਮੋਟਰਸਾਈਕਲ ਲੈ ਕੇ ਆਇਆ, ਉਹਨੇ ਕਿੱਥੇ ਪਾਰ ਕਰਨੀ ਹੈ? ਉਹਦੇ ਲਈ ਕੋਈ ਸਹੂਲਤ ਨਹੀਂ ਹੈ। ਹਕੂਮਤ ਟੈਕਸ ਸਾਰੇ ਲੈ ਲੈਂਦੀ ਹੈ, ਲੇਕਿਨ ਉਹ ਸਹੂਲਤ ਕੋਈ ਨਹੀਂ ਦਿੰਦੀ ਹੈਗੀ। ਜਿਸ ਤਰ੍ਹਾਂ ਦੱਸੇ 20 ਰੁਪਏ ਤੋਂ 30 50 100 ਰੁਪਇਆ ਪਾਰਕਿੰਗ ਫੀਸ ਵਾਲਾ ਲੈਂਦਾ ਹੈ, ਲੇਕਿਨ ਉਹ ਇਹਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਸੰਭਾਲੇਗਾ ਜਾਂ ਨਹੀਂ ਸੰਭਾਲੇਗਾ। ਫਿਰ ਵੀ ਮੈਂ ਜ਼ਿੰਮੇਦਾਰ ਨਹੀਂ ਹੈਗਾ। ਕੀ ਤੁਸੀਂ ਸਮਝਦੇ ਹੋ ਕਿ ਬਹਿਸੀਅਤ ਤਾਜਰ, ਇੱਕ ਤਾਜਰ ਕੀ ਸੋਚਦਾ ਹੈ ਕਿ ਕਿਹੜੇ ਐਸੇ ਫੌਰੀ ਤੌਰ ਤੇ ਇਕਦਾਮਾਤ ਅਸੀਂ ਲਈਏ ਜਿਹੜਾ ਕਿ ਇਹ ਥੋੜਾ ਜਿਹਾ ਪ੍ਰੈਸ਼ਰ ਘੱਟ ਹੋਵੇ? ਗਵਰਨਮੈਂਟ ਤੇ ਆਪਣੀ ਸਾਈਡ ਦੇ ਉੱਤੇ ਸਾਨੂੰ ਮੁਤਮਿਨ ਕਰ ਦਿੰਦੀ ਹੈ ਗੱਲਾਂ ਬਾਤਾਂ ਕਰਕੇ। ਕੀ ਸਮਝਦੇ ਹੋ ਕਿ ਬਹਿਸੀਅਤ ਓਵਰਆਲ ਕਿਸ ਤਰ੍ਹਾਂ ਦੇ ਸਟੈਪ ਲਏ ਜਾਣ ਵੀ ਇਹ ਮਸਲਾ ਥੋੜਾ ਜਿਹਾ ਕੂਲ ਡਾਊਨ ਹੋਵੇ ਔਰ ਸ਼ਹਿਰ 'ਚ ਥੋੜਾ ਜਿਹਾ ਸਕੂਨ ਹੋਵੇ ਪਾਰਕਿੰਗ ਦਾ ਹਿਸਾਬ? ਸਭ ਤੋਂ ਪਹਿਲੇ ਇਹ ਹੈ ਕਿ ਦੇਖੋ 17 ਦੇ ਵਿੱਚ ਮੁਕੰਮਲ ਉਹਨਾਂ ਦੇ 5 ਸਾਲ ਹੋ ਗਏ ਉਸ ਪਲਾਜ਼ੇ ਨੂੰ ਰੁਕੇ ਨੂੰ। ਅਗਰ ਉਹ ਪਲਾਜ਼ਾ ਇੱਕ ਤਮੀਰ ਹੋ ਜਾਂਦਾ ਹੈ ਤੇ ਤਕਰੀਬਨ ਅੱਧਾ ਮਸਲਾ ਹੱਲ ਹੋ ਜਾਣਾ ਸੀ। ਅੱਧਾ ਨਹੀਂ, ਕੋਈ 30 25 25 30% ਮਸਲਾ ਹੱਲ ਹੋ ਜਾਏ ਤੇ ਘਟ ਜਾਏਗਾ। ਦੂਸਰਾ ਪਲਾਜ਼ਾ ਤਮੀਰ ਕਰਾ ਲਓ, ਨਹੀਂ ਤੇ ਦੂਸਰਾ ਜਿਹੜਾ ਹੈ ਮਾਸਟਰ ਪਲਾਨ ਤੇ ਹਜੇ ਤੱਕ ਅਮਲ ਇਸੇ ਤੋਂ ਨਹੀਂ ਹੋ ਸਕਿਆ। ਅਗਰ ਉਹ ਪਲਾਜ਼ਾ ਹੋ ਜਾਏ, ਸ਼ਹਿਰ ਦਾ ਸਾਰਾ ਹੀ ਮਸਲਾ ਹੱਲ ਹੋ ਜਾਏ। ਸ਼ਹਿਰ ਦੇ ਵਿੱਚ ਤੇ ਉਦਮ ਮਚਿਆ ਹੈਗਾ ਟ੍ਰੈਫਿਕ ਦਾ। ਅਗਰ ਟ੍ਰੈਫਿਕ ਕਿਤੇ ਫਸ ਜਾਂਦੀ ਹੈ, ਉਹ ਅੱਧਾ ਘੰਟਾ ਕੰਟਰੋਲ ਨਿਕਲਦੀ ਨਹੀਂ ਹੈ। ਲੋਕਾਂ ਦੀ ਪਰੇਸ਼ਾਨੀ, ਇੱਕ ਦੂਸਰੇ ਲੜਾਈ ਝਗੜੇ, ਲੋਕਾਂ ਨਾਲ ਜਜ਼ਬਾਤ ਬਰਦਾਸ਼ਤ ਖਤਮ ਹੋ ਗਈ ਹੈ। ਲੋਕ ਇੱਕ ਦੂਸਰੇ ਨੂੰ ਲੜਨ ਪੈਂਦੇ ਨੇ। ਤੁਸੀਂ ਵੇਖ ਰਹੇ ਹੋ ਕਿ ਸੱਤ ਦੀ ਅੱਖ 'ਚ ਆ ਗਿਆ ਪਾਣੀ ਇਸ ਗੰਭੀਰ ਮਸਲੇ ਦੀ ਵਜ੍ਹਾ ਤੋਂ, ਔਰ ਇਹ ਮਸਲਾ ਜਿਹੜਾ ਹੱਲ ਹੋਣ 'ਚ ਨਹੀਂ ਆ ਰਿਹਾ। ਤਾਜਰ ਬਰਾਦਰੀ ਦੀ ਵੀ ਤੁਸੀਂ ਗੱਲ ਸੁਣੀ, ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਜਿਉਂ ਅਸੀਂ ਅੱਖ
ਖੋਲੀ ਹੈ, ਜਿਉਂ ਅਸੀਂ ਹੋਸ਼ ਸੰਭਾਲਿਆ ਹੈ, ਇਹ ਮਸਲਾ ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜੂੰ ਦਾ ਤੂੰ ਹੈਗਾ ਵਾ, ਇਹ ਹੱਲ ਹੋਣ ਚ ਨਹੀਂ ਆ ਰਿਹਾ। ਅਰਬਾਬੇ ਇਖਤਿਆਰ ਤੋਂ ਵੀ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਕਿਸੇ ਤਰੀਕੇ ਨਾਲ ਜਿਹੜੇ ਪਾਰਕਿੰਗ ਪਲਾਜ਼ਾਜ਼ ਔਰ ਮਾਸਟਰ ਟ੍ਰੈਫਿਕ ਪਲਾਨ ਸੀ ਉਹਦੇ ਉੱਤੇ ਅਮਲ ਕਰਵਾਇਆ ਜਾਵੇ, ਉਹਨੂੰ ਮੁਕੰਮਲ ਕੀਤਾ ਜਾਵੇ ਤਾਂ ਕਿ ਇਹ ਟ੍ਰੈਫਿਕ ਦਾ ਮਸਲਾ ਜਿਹੜਾ ਇਹ ਕਮ ਅਜ਼ ਕਮ ਇਮੀਡੀਏਟ ਜਿਹੜਾ ਵਾ ਇਹਦਾ ਇਹ ਲੋਡ ਘੱਟ ਹੋਵੇ ਔਰ ਇਹਨੂੰ ਹੱਲ ਕਰਕੇ ਆਵਾਮ ਦੀ ਜ਼ਿੰਦਗੀ ਨੂੰ ਵੀ ਸੁਖੀ ਕੀਤਾ ਜਾ ਸਕੇ। ਤਾਜਰ ਜਿਹੜੇ ਪਰੇਸ਼ਾਨ ਹੁੰਦੇ ਨੇ ਇਸ ਤੋਂ ਉਹ ਵੀ ਜਿਹੜਾ ਨਾ ਉਹ ਥੋੜਾ ਜਿਹਾ ਰਿਲੀਫ ਹਾਸਲ ਕਰ ਸਕਣ। ਜਿਹੜੇ 8 ਬਾਜ਼ਾਰਾਂ ਦੇ ਉੱਤੇ ਲੋਡ ਹੈ, ਹਾਲਾਂਕਿ ਮੈਂ ਤੁਹਾਨੂੰ ਦੱਸਦਾ ਨਾਜ਼ਰੀਨ ਕਿ ਆਪਣੀ ਵੱਲੋਂ ਇਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ ਕਿ 8 ਬਾਜ਼ਾਰ ਨੇ ਉਹਨਾਂ ਚੋਂ ਅੱਧਿਆਂ ਨੂੰ 1 ਵੇ ਟ੍ਰੈਫਿਕ ਕਰ ਦਿੱਤਾ ਗਿਆ ਨਾ। 1 ਵੇ ਟ੍ਰੈਫਿਕ ਇਸ ਹਿਸਾਬ ਨਾਲ ਕੀਤਾ ਗਿਆ ਕਿ ਕੁਝ ਬਾਜ਼ਾਰ ਐਸੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਐਂਟਰ ਹੋਣਾ ਹੈ, ਇੱਕ ਸਾਈਡ ਤੋਂ 1 ਵੇ ਟ੍ਰੈਫਿਕ ਹੈ ਔਰ ਕੁਝ ਦੇ ਵਿੱਚੋਂ ਤੁਸੀਂ ਸਿਰਫ ਐਗਜ਼ਿਟ ਹੋਣਾ ਹੈ। ਲੇਕਿਨ ਇਸ ਦੇ ਬਾਵਜੂਦ ਉਹ ਜਿੰਨ ਜਿਹੜਾ ਕਿਸੇ ਬੋਤਲ ਦੇ ਵਿੱਚ ਬੰਦ ਨਹੀਂ ਹੋ ਰਿਹਾ। ਅੱਖ ਰੱਖਦੇ ਹਾਂ ਆਪਾਂ ਥੋੜੀ ਜਿਹੀ ਹੋਰ ਅੱਗੇ ਚੱਲਦੇ ਹਾਂ, ਵੇਖਦੇ ਹਾਂ ਇੱਕ ਹੋਰ ਮਸਲਾ ਹੈਗਾ ਇਸੇ ਪਾਰਕਿੰਗ ਰਿਲੇਟਡ, ਉੱਤੇ ਵੀ ਆਪਾਂ ਗੱਲ ਕਰਦੇ ਹਾਂ। ਆਜੋ ਮੇਰੇ ਨਾਲ ਜੀ। ਨਾਜ਼ਰੀਨ ਗੱਲ ਆਪਾਂ ਕਰ ਰਹੇ ਹਾਂ ਫੈਸਲਾਬਾਦ ਦੇ ਪਾਰਕਿੰਗ ਦੇ ਮਸਾਇਲ ਤੇ ਔਰ ਇਹ ਗੱਲ ਹੀ ਹੋ ਰਹੀ ਹੈ ਸੁਬਾਹ ਦੀ, ਗੱਲ ਮੁੱਕਣ ਤੇ ਨਹੀਂ ਆ ਰਹੀ ਕਿਉਂਕਿ ਮਸਲਾ ਏਡਾ ਵੱਡਾ ਹੈ ਕਿ ਇਹ ਕਿਸੇ ਤਰੀਕੇ ਨਾਲ ਕਾਬੂ ਨਹੀਂ ਆ ਰਿਹਾ। ਮੈਂ ਇਸ ਟਾਈਮ ਜਿਹੜੀ ਜਗ੍ਹਾ ਤੇ ਮੌਜੂਦ ਹਾਂ ਮੈਂ ਤੁਹਾਨੂੰ ਜਗ੍ਹਾ ਦਾ ਤਾਰਫ ਕਰਾ ਦੇਣਾ ਨਾਜ਼ਰੀਨ। ਇਹ ਹਲਾਲੇ ਅਮਰ ਚੌਕ ਤੋਂ ਜ਼ਿਲ੍ਹਾ ਕੌਂਸਲ ਵੱਲ ਨੂੰ ਇੱਕ ਰੋਡ ਜਾਂਦਾ ਹੈ ਜਿਹਦੇ ਕਿ ਮੇਰੇ ਰਾਈਟ ਸਾਈਡ ਦੇ ਉੱਤੇ ਮਹਿਕਮਾ ਸਿਹਤ ਦਾ ਦਫ਼ਤਰ ਹੈ ਔਰ ਜਿਹੜੀ ਜਿਸ ਜਗ੍ਹਾ ਤੇ ਮੈਂ ਖੜਾ ਇਹਨੂੰ ਕਹਿੰਦੇ ਨੇ ਸਰਵਿਸ ਲੈਨ। ਸਰਵਿਸ ਲੈਨ ਹੈ ਕਿ ਦਫ਼ਤਰਾਂ ਦੀ ਛੋਟੀ ਮੋਟੀ ਜਿਹੜੀ ਕੋਈ ਗੱਡੀ ਆਉਂਦੀ ਹੈ ਉਹ ਮਰਾਦ ਇੱਧਰ ਨੂੰ ਜਾਣ ਵਾਸਤੇ ਜਿਹੜੀ ਹੈ ਮੇਨ ਰੋਡ ਤੋਂ ਤੁਸੀਂ ਉਧਰ ਕੇ ਸਰਵਿਸ ਤੁਸੀਂ ਸਮਝਦੇ ਹੋ ਸਰਵਿਸ ਲੈਨ ਕਿਉਂ ਕਹਿੰਦੇ ਨੇ। ਲੇਕਿਨ ਮੇਰੀ ਤਾਂ ਸਰਵਿਸ ਹੀ ਖਰਾਬ ਹੋ ਗਈ ਇਹਨੂੰ ਦੇਖ ਕੇ ਕਿ ਇਹ ਸਰਵਿਸ ਲੈਨ ਦੇ ਹਾਲਾਤ ਕੀ ਨਾਜ਼ਰੀਨ ਬਣੇ ਹੋਏ ਨੇ। ਇੱਥੇ ਵੀ ਇੱਕ ਅਜੀਬੋ-ਗਰੀਬ ਕਿਸਮ ਦੇ ਮਾਫੀਆ ਦਾ ਕਬਜ਼ਾ ਹੈ। अब ਤੁਸੀਂ ਕਹੋਗੇ ਕਿ ਪਾਰਕਿੰਗ ਤਾਂ ਭਾਈ ਪਾਰਕਿੰਗ ਹੈ, ਨਹੀਂ ਮੈਂ ਤੁਹਾਨੂੰ ਬੈਕਗਰਾਉਂਡ ਸਟੋਰੀ ਇਹਦੀ ਇਸ ਤਰ੍ਹਾਂ ਦੱਸਦਾ ਹੈ ਕਿ ਨਾਜ਼ਰੀਨ ਜਦੋਂ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਮਸਲਾ ਇਹ ਤਾਂ ਚੜ ਗਿਆ, ਪਾਰਕਿੰਗ ਦਾ ਬਹੁਤ ਵੱਡਾ ਹੋ ਗਿਆ। ਇਹਨਾਂ ਨੇ ਟ੍ਰੈਫਿਕ ਦੇ ਲੋਡ ਨੂੰ ਦੇਖਦੇ ਹਾਂ, ਪਾਰਕਿੰਗ ਦੇ ਮਸਾਇਲ ਨੂੰ ਦੇਖਦੇ ਹਾਂ, ਬਾਕਾਇਦਾ ਇੱਕ ਅਲੱਗ ਮਹਿਕਮਾ ਕਾਇਮ ਕਰ ਦਿੱਤਾ ਜਿਹਨੂੰ ਕਿ ਫੈਸਲਾਬਾਦ ਪਾਰਕਿੰਗ ਕੰਪਨੀ ਦਾ ਨਾਮ ਦਿੱਤਾ ਗਿਆ। ਤੁਸੀਂ ਦੇਖੇ ਜਿਹੜੇ ਭਾਈਆ ਪਰਚੀਆਂ ਕੱਟ ਰਹੇ ਨੇ ਪਾਰਕਿੰਗ ਦੇ ਵਿੱਚ, ਇਹ ਫੈਸਲਾਬਾਦ ਪਾਰਕਿੰਗ ਕੰਪਨੀ ਦੇ ਮੁਲਾਜ਼ਮੀਨ ਨੇ। ਬਾਕਾਇਦਾ ਇਹਦਾ ਠੇਕਾ ਹੁੰਦਾ ਹੈ ਔਰ ਡੀਸੀ ਆਫਿਸ ਦੇ ਵਿੱਚ ਇਹਨਾਂ ਦੇ ਨੁਮਾਇੰਦਗਾਨ ਬੈਠਦੇ ਨੇ। ਅੱਜ ਵੀ ਮੈਂ ਉਹਨਾਂ ਨਾਲ ਕੋਸ਼ਿਸ਼ ਕੀਤੀ ਹੈ ਗੱਲ ਕਰਨ ਦੀ, ਲੇਕਿਨ ਉਹ ਸਾਹਿਬ ਮੀਟਿੰਗ 'ਚ ਮਸਰੂਫ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਵਾਬ ਦੇਣਾ ਪੈਣਾ ਹੈ ਔਰ ਸੱਤ ਦੀ ਅੱਖ ਜਦੋਂ ਲਾਲ ਹੁੰਦੀ ਹੈ ਤੇ ਜਵਾਬ ਦੇਣਾ ਥੋੜਾ ਔਖਾ ਹੋ ਜਾਂਦਾ ਨਾ। ਦੋ ਤਿੰਨ ਦਫਾ ਰਾਬਤਾ ਕੀਤਾ ਗਿਆ, ਭਾਈ ਸਾਹਿਬਾਨ ਆਪਣੀਆਂ ਮੀਟਿੰਗਾਂ 'ਚ ਮਸਰੂਫ ਨੇ, ਨਹੀਂ ਗੱਲ ਕਰਨਾ ਚਾਹ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੱਤ ਦੀ ਅੱਖ ਅੱਜ ਜਿੱਥੇ ਟਿਕੀ ਹੋਈ ਹੈ ਉਹਦਾ ਸਾਡੇ ਕੋਲ ਹੱਲ ਮੌਜੂਦ ਨਹੀਂ। ਤੁਹਾਡੇ ਸਾਹਮਣੇ ਅਸੀਂ ਦੀਗਰ ਅਹਿਬਾਬ ਨਾਲ ਗੱਲ ਕੀਤੀ, ਤਾਜਰਾਂ ਨਾਲ ਗੱਲ ਕੀਤੀ, ਸੀਡੀਓ ਸਾਹਿਬ ਨਾਲ ਗੱਲ ਕੀਤੀ, ਤਾਜ ਰਹਿਨੁਮਾਵਾਂ ਨਾਲ ਗੱਲ ਕੀਤੀ, ਆਮ ਪਬਲਿਕ ਨਾਲ, ਸਾਰਿਆਂ ਦਾ ਵਿਊ ਹੈ ਕਿ ਫੈਸਲਾਬਾਦ ਦਾ ਸਭ ਤੋਂ ਬੜਾ ਮਸਲਾ ਹੈ ਇਸ ਟਾਈਮ ਫੈਸਲਾਬਾਦ ਦੀ ਪਾਰਕਿੰਗ ਹੈ। ਔਰ ਇਹ ਜਿਹੜੀ ਮੈਂ ਜਗ੍ਹਾ ਦੱਸ ਰਹੀ ਸੀ ਇੱਥੇ ਇੱਕ ਮਖਸੂਸ ਕਿਸਮ ਦਾ ਮਾਫੀਆ ਹੈ ਨਾਜ਼ਰੀਨ। ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਗੁਮਟੀ ਚੌਕ ਤੋਂ ਇੱਕ ਯੂ ਸ਼ੇਪ ਬਹੁਤ ਬੜਾ ਏਰੀਆ ਬਣਦਾ। ਤੁਸੀਂ ਅਗਰ ਫੈਸਲਾਬਾਦ ਤੋਂ ਬਿਲੋਂਗ ਨਹੀਂ ਕਰਦੇ ਹੋ, ਪਾਕਿਸਤਾਨ 'ਚ ਕਿਸੇ ਹੋਰ ਜਗ੍ਹਾ ਤੋਂ ਹੈ, ਮੈਂ ਤੁਹਾਨੂੰ ਦੱਸ ਦਿੰਦਾ ਕਿ ਤਕਰੀਬਨ ਅਗਰ ਇਸ ਨੂੰ ਅਸੀਂ ਮਈਅਰ ਕਰੇ ਤੇ ਤਕਰੀਬਨ 1.5-2 ਕਿਲੋਮੀਟਰ ਦਾ ਏਰੀਆ ਬਣਦਾ ਹੈ ਯੂ ਸ਼ੇਪ ਦੇ ਵਿੱਚ, ਜਿਹਦੇ ਉੱਤੇ ਫੈਸਲਾਬਾਦ ਪਾਰਕਿੰਗ ਕੰਪਨੀ ਦੀ ਜਿਹੜੀ ਜੁਰਿਸਡਿਕਸ਼ਨ ਨਹੀਂ ਹੈ। ਹੋ ਗਿਆ ਨਾ ਤੁਸੀਂ ਪਰੇਸ਼ਾਨ। ਫੈਸਲਾਬਾਦ ਪਾਰਕਿੰਗ ਕੰਪਨੀ ਸੜਕੋਂ ਦੂਸਰੀ ਸਾਈਡ ਤੇ ਕਰ ਰਹੀ ਹੈ, ਇਸ ਸਾਈਡ ਤੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ। ਇਹ ਬਹੁਤ ਤਾਕਤਵਰ ਲੋਕ ਨੇ, ਇੱਕ ਮਖਸੂਸ ਕਿਸਮ ਦਾ ਮਾਫੀਆ ਹੈ ਜਿਹੜੇ ਕਿ ਕਹਿੰਦੇ ਨੇ ਕਿ ਅਸੀਂ ਪ੍ਰਾਈਵੇਟ ਕੰਟਰੈਕਟਰ ਫੈਸਲਾਬਾਦ ਪਾਰਕਿੰਗ ਕੰਪਨੀ ਦੇ ਹੁੰਦਿਆਂ ਗਵਰਨਮੈਂਟ ਕਿਸੇ ਪ੍ਰਾਈਵੇਟ ਕੰਟਰੈਕਟਰ ਨੂੰ ਠੇਕਾ ਨਹੀਂ ਦੇ ਸਕਦੀ। ਉਸ ਦੇ ਬਾਵਜੂਦ ਕੁਝ ਤਾਕਤਵਰ ਲੋਕ ਨੇ ਜਿਨ੍ਹਾਂ ਦੇ ਇਹ ਪ੍ਰਾਈਵੇਟ ਕੰਟਰੈਕਟਰ ਨੇ, ਤੁਸੀਂ ਉੱਥੇ ਜਾ ਕੇ ਗੱਡੀ ਖੜੀ ਕਰੋ ਔਰ ਉਹ ਕਹਿੰਦੇ ਨੇ ਭਾਈ ਕੋਈ ਪਰਚੀ ਨਹੀਂ, ਕੋਈ ਕੁਛ ਨਹੀਂ, 50 ਰੁਪਏ ਘੰਟਾ ਲਵਾਂਗੇ। ਨਾਜ਼ਰੀਨ ਮੈਂ ਤੁਹਾਨੂੰ ਪੂਰੇ ਵਸੂਕ ਨਾਲ ਕਹਿ ਰਿਹਾ ਕਿ 50 ਰੁਪਏ ਘੰਟਾ ਉਹ ਚਾਰਜ ਕਰਦੇ ਨੇ ਔਰ ਤੁਸੀਂ ਅਗਰ 1.5 ਘੰਟੇ ਜਾਂ 2 ਘੰਟੇ ਬਾਅਦ ਵਾਪਸ ਆਉਂਦੇ ਹੋ ਤਾਂ ਕਹਿੰਦੇ ਨਹੀਂ ਹੁਣ ਤੁਹਾਨੂੰ ਜੁਰਮਾਨਾ ਪੈ ਗਿਆ, ਹੁਣ ਤੁਸੀਂ 200 ਰੁਪਏ ਦੇਣਾ ਤੇ ਗੱਡੀ ਲੈ ਕੇ ਜਾਣੀ ਹੈ। ਤੁਸੀਂ ਅਗਰ ਉੱਥੇ ਉਹਨਾਂ ਕੋਲ ਪਰਚੀ ਮੰਗਦੇ ਹੋ ਤੇ ਕੋਈ ਨਹੀਂ, ਅਲਟੀਮੇਟਲੀ ਹੁੰਦਾ ਕਿ ਇਹ ਲੜਾਈ ਝਗੜਾ ਔਰ ਇੱਕ ਸ਼ਰੀਫ ਆਦਮੀ ਜਿਹੜਾ ਉਹ ਆਪਣਾ ਗਿਰੇਬਾਨ ਪੜਵਾਉਣ ਨਾਲ ਬਿਹਤਰ ਸਮਝਦਾ ਕਿ ਯਾਰ ਮੈਂ ਪੈਸੇ ਦੇਵਾਂ ਔਰ ਜਾਨ ਛੁਡਵਾ ਲਵਾਂ। ਇਸ ਮਾਫੀਆ ਨੂੰ ਤੋਂ ਲੋਕਾਂ ਨੇ ਬਹੁਤ ਸਾਰੀ ਕੰਪਲੇਂਟਸ ਕੀਤੀ। ਮੈਨੂੰ ਯਾਦ ਆ ਗਿਆ ਨਾਜ਼ਰੀਨ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਸਾਡਾ ਇੱਕ ਸਹਾਫੀ ਦੋਸਤ ਹੈ ਇਲੈਕਟ੍ਰੋਨਿਕ ਮੀਡੀਆ ਨਾਲ, ਇੱਕ ਨਿੱਜੀ ਟੀਵੀ ਚੈਨਲ ਨਾਲ ਮੁੰਸਲਿਕ ਸਾਡਾ ਦੋਸਤ ਹੈ, ਉਹਦੇ ਨਾਲ ਇਹ ਵਾਕਿਆ ਪੇਸ਼ ਆਇਆ ਕਿ ਆਪ ਇਸੇ ਜਗ੍ਹਾ ਤੇ ਇਸੇ ਮਾਫੀਆ ਦੇ ਨਾਲ ਉਹ ਉਸ ਦੀ ਇੱਕ ਦਫਾ ਮੂੰਹ ਮਾਰੀ ਹੋ ਗਈ ਗੱਡੀ ਖੜੀ ਕਰਨ ਤੋਂ। ਉਹਨਾਂ ਨੇ ਕਿਹਾ ਜੀ 200 ਰੁਪਇਆ ਲੈਣਾ ਹੈ, 200 ਰੁਪਇਆ ਉਹਨੇ ਨਹੀਂ ਦਿੱਤਾ, ਲੜਾਈ ਹੋ ਗਈ। ਅਲਟੀਮੇਟਲੀ ਉਹਨੇ ਲੀਗਲ ਤਰੀਕਾ ਅਪਣਾਇਆ ਔਰ ਦਰਖਾਸਤ ਦੇ ਦਿੱਤੀ। ਦਰਖਾਸਤ ਦੇਣ ਤੋਂ ਬਾਅਦ ਉਹਨੇ ਇੱਕ ਸਿਸਟਮ ਹੈ, ਤੁਹਾਨੂੰ ਪਤਾ ਹੈ ਕਿ ਸਾਰੇ ਜਾਣਦੇ ਹੋ ਕਿ ਜਿੱਦਾਂ ਪ੍ਰਾਈਮ ਮਿਨਿਸਟਰ ਦਾ ਸਿਟੀਜ਼ਨ ਪੋਰਟਲ ਹੈ, ਉਸ ਭਾਈ ਨੇ ਸਿਟੀਜ਼ਨ ਪੋਰਟਲ ਦੇ ਉੱਤੇ ਵੀ ਜਿਹੜਾ ਇਸ ਨੂੰ ਪਾਇਆ, ਸਿਟੀਜ਼ਨ ਪੋਰਟਲ ਤੇ ਦਰਖਾਸਤ ਦਿੱਤੀ ਹੈ। ਦਰਖਾਸਤ ਜਿਹੜੀ ਉੱਪਰੋਂ ਨੀਚੇ ਨੂੰ ਮਾਰਕ ਹੋਈ ਡੀਸੀ ਸਾਹਿਬ ਨੂੰ, ਡੀਸੀ ਫੈਸਲਾਬਾਦ ਨੂੰ, ਡੀਸੀ ਆਫਿਸ ਦੇ ਵਿੱਚੋਂ ਜਨਾਬ ਪਾਰਕਿੰਗ ਕਮੇਟੀ ਨੂੰ ਗਈ। ਪਾਰਕਿੰਗ ਕਮੇਟੀ ਨੇ ਕਿਹਾ ਜਨਾਬ ਸਾਡੀ ਜੁਰਿਸਡਿਕਸ਼ਨ ਨਹੀਂ, ਇਹ ਪ੍ਰਾਈਵੇਟ ਕੰਟਰੈਕਟਰ ਹੈ। ਪ੍ਰਾਈਵੇਟ ਕੰਟਰੈਕਟਰ ਦੇ ਸਿਲਸਿਲੇ ਦੇ ਵਿੱਚ ਦੁਬਾਰਾ ਡੀਸੀ ਆਫਿਸ ਨੇ ਜਿਹੜਾ ਰਾਬਤਾ ਕੀਤਾ, ਉਹਦਾ ਮਤਲਬ ਲੁਬੇ ਲਬਾਬ ਇਹ ਹੈ ਕਿ ਕੋਈ ਵਾਲੀ ਵਾਰਸ ਨਹੀਂ। ਇਹ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਵੀ ਦਿੰਦਾ ਹੈ ਸਾਰਾ ਪ੍ਰੋਸੈਸ ਇਹਦਾ। 2020 ਤੋਂ 2021 ਦੇ ਐਂਡ ਤੱਕ 1.5 ਪੌਣੇ 2 ਸਾਲ ਉਹ ਐਪਲੀਕੇਸ਼ਨ ਵਿਚਾਰੀ ਇੱਕ ਦਫ਼ਤਰ 'ਚ ਦੌੜ ਰਹੀ
ਦੂਸਰੇ ਦਫ਼ਤਰ 'ਚ ਵੜ ਰਹੀ, ਉਸ ਦਫ਼ਤਰ 'ਚ ਦੌੜ ਰਹੀ, ਤੀਸਰੇ ਦਫ਼ਤਰ 'ਚ ਵੜ ਰਹੀ। ਐਪਲੀਕੇਸ਼ਨ ਨੂੰ ਜਨਾਬੇ ਆਲੀ ਉਸ ਐਪਲੀਕੇਸ਼ਨ ਨੂੰ ਸਾਹ ਚੜ ਗਿਆ, ਉਹਦੇ ਸਾਹ ਫੁੱਲ ਗਏ, ਉਹਨੂੰ ਪਸੀਨੇ ਆ ਗਏ। ਉਸ ਐਪਲੀਕੇਸ਼ਨ ਦਾ ਬਣਿਆ ਕੋਈ ਨਹੀਂ। ਇੱਕ ਦਫ਼ਤਰ ਵਾਲੇ ਲੱਤ ਮਾਰਦੇ ਸੀ ਉਹਨੂੰ, ਦੂਸਰੇ ਦਫ਼ਤਰ ਸਾਡਾ ਕੰਮ ਨਹੀਂ, ਦੂਸਰਾ ਦਫ਼ਤਰ ਉਸ ਐਪਲੀਕੇਸ਼ਨ ਨੂੰ 1.5 ਪੌਣੇ 2 ਸਾਲ ਕਿਸੇ ਨੇ ਔਨ ਨਹੀਂ ਕੀਤਾ। ਪਰ ਐਟ ਦੀ ਐਂਡ ਆਫ ਦ ਡੇ, ਯਾਨੀ ਕਿ ਐਂਡ ਦੇ ਉੱਤੇ ਹਾਰ ਥੱਕ ਕੇ ਜਦੋਂ ਸਾਹ ਭੁੱਲ ਗਿਆ ਉਸ ਐਪਲੀਕੇਸ਼ਨ ਦਾ, ਤੇ ਉਹਦਾ ਜਵਾਬ ਉਹਨਾਂ ਨੇ ਪੋਰਟਲ ਦੇ ਉੱਤੇ ਦਿੱਤਾ ਜੀ ਕਿ ਤੁਹਾਡੀ ਦਰਖਾਸਤ ਜਿਹੜੀ ਟੈਂਪਰੇਰੀਲੀ ਰਿਜ਼ੋਲਵ ਕਰ ਦਿੱਤੀ ਗਈ। ਲਓ ਦੱਸੋ, ਹੈ ਨਾ ਲਤੀਫਾ। तो मेरे उस साथी दोस्त ने कहा यार मैं स्क्रीन पे आके नहीं दे सकता, मेरे को सारे सबूत ले रहा, साढ़े को सारे सबूत मौजूद ने। एक कितना बड़ा लम्हा है फिक्रिया नाजरीन कि एक इदारा कायम किया गया, उस इदारे की जुरिस्डिक्शन में चंद ताकतवर लोग, एक माफिया जड़ा वो मानता ही नहीं है, उन्होंने अपनी मनपसंद लोग प्राइवेट कॉन्ट्रैक्टर के तौर पर पार्किंग से खड़े किए हुए हैं, जी गुंडागर्दी, लिटरली गुंडागर्दी मैं कहांगा करते हैं, अपनी मर्जी की वो ओवर चार्जिंग करते हैं, अपनी मर्जी के वो पैसे लेंगे हैं। मैं तुहानूं अगे भी दस चुकिया कि वो नाल फिर तुहानूं फोर्स करते हैं कि गड्डी के टायर धवाओ, गड्डी की स्क्रीन साफ कराओ, उन्होंने अलग तो चार्जिंग होती है, कोई किसी किस्म की वो पर्ची नहीं देंगे। और अगर फैसलाबाद पार्किंग कंपनी वाले पर्ची भी देंगे तो उसके वादे अल्फाज के उत्ते लिखा हुआ है कि जनाबे आली तुहाडी गड्डी चोरी होने की सूरत ये पर्ची वाला भाई पार्किंग कमेटी कोई जिम्मेदार नहीं, तुसीं अपनियां कीतियां ते आप जिम्मेदार हो, गड्डी अपने रिस्क ते खिलारनी है तो पैसे समझो। मैं उस ताकतवर माफिया की गल कर रहा कि अगर ये जितनी गड्डी खड़ी होंदी है तकरीबन ਅਸੀਂ ਇੱਕ ਰੈਫਲੀ ਐਸਟੀਮੇਟ ਲਾਇਆ ਤੇ ਇੱਕ ਸਹਿਮਾਈ ਦਾ ਯਾਨੀ ਕਿ 3 ਮਹੀਨੇ ਦਾ 1 ਕਰੋੜ ਰੁਪਇਆ ਬਣਦਾ ਹੈ, ਯਾਨੀ ਕਿ ਸਾਲ ਦਾ 3 ਕਰੋੜ ਰੁਪਇਆ। ਔਰ 2015 ਤੋਂ ਸਟਕ ਹੋਏ ਉਸ ਨੂੰ ਅੱਜ 2022 ਹੋ ਗਿਆ। ਅਗਰ ਤੁਸੀਂ ਨਾਜ਼ਰੀਨ ਇਹੀ ਪੈਸੇ ਜਿਹੜੇ ਇੱਧਰ ਉੱਧਰ ਪ੍ਰਾਈਵੇਟ ਲੋਕਾਂ ਦੀ ਜੇਬ 'ਚ ਜਾ ਰਹੇ ਨੇ, ਜਿਹੜੇ ਗਵਰਨਮੈਂਟ ਨੂੰ ਨਹੀਂ ਜਾ ਰਹੇ, ਜਿਹੜੀ ਪ੍ਰਾਈਵੇਟ ਮਾਫੀਆ ਉਸ ਪਾਰਕਿੰਗ ਪਲਾਜ਼ੇ ਨੂੰ ਦਿਓ ਜਿਹਦਾ ਕੁਛ ਨਹੀਂ ਕਰ ਰਿਹਾ, ਜਿਹੜਾ ਉਦੋਂ ਦਾ ਅੰਡਰ ਕੰਸਟਰਕਸ਼ਨ ਹੈ। ਹੁਣ ਤੱਕ ਸ਼ਾਇਦ ਉਸ ਪਲਾਜ਼ੇ ਦੇ 4 ਫਲੋਰ भी तमीर हो चुके होंगे, लेकिन रौला वही है बिल्ली के गले में घंटी कौन बांधेगा। ताकतवर लोगों के नाल पंगा लैण की कोशिश कौन करेगा। ਜਿਹੜਾ कोशिश करता है ਉਹਨੂੰ थ्रेट किया जाता है, ਉਹਨੂੰ तंग किया जाता है, ਉਹਦਾ गला दबाता जाता है, ਉਹਦੀ आवाज़ खामोश करवा दी जाती है। गौरमेंट तो हर बंदा चीख के इल्तमास कर रहा है, रिक्वेस्ट कर रहा है कि इस मसले का कोई खातर का हल कढ़िया जाए। सत्त दी अख ने यह जुरत की है, सत्त दी अख ने अख विखाई है इस मसले में, अखा चक्खा पाइया ने, सत्त दी अख ने इस मसले दी अखा चक्खा पाइया ने और इस आवाज़ को बुलंद किया है हुकामे बाला तक। देखते हैं यदा कितना को असर होता है और इस दे उत्ते कौन किस तरह कितना एक्शन लेंदा है। जिहड़ा प्राइवेट माफिया दी जेबां 'च अपना पैसा जा रहा है, यही अगर उन्होंने पार्किंग प्लाजिया ते लगता उन्होंने एक अद्धा प्लाजा तो तमीर हो जाना सी। खैर आगे चलते हैं, देखते हैं की कुछ हो गया। हाँ जी नाज़रीन, अगर तुसी समझ रहे हो कि मैं हॉलीवुड की किसी फिल्म की शूटिंग के सेट ते तुसी बिल्कुल सही नहीं समझ रहे हो, गलत समझ रहे हो नाज़रीन। मैं फैसलाबाद के मैगा प्रोजेक्ट पार्किंग प्लाजा की लोअर बेसमेंट च इस टाइम मौजूद हाँ। मैं ऊपर चलते हैं, तो मैं वो जगह भी दिखाना वा जिथे ये प्रोजेक्ट बाकायदा तौर पर उपरों नज़र आएगा, लेकिन यह लोअर बेसमेंट है नाज़रीन। और मेरा कैमरा दिखावे तो एक लंबा जहान दुनिया है। और अगर तुसी सत्त की अख की बजाय तसव्वुर की अख के नाल देखो तो बंदे का दिल इदा कर रहा होंगे कि जिदा मैं इमेजिन करदा कि जनाब यह घूमदियाँ आ रही ने, जिदा फिल्मां 'च गड्डियां घूमदियां होंदियां, जिदा 300-400 गड्डी के विचों दी घूम घुमा के सोहने एटमोसफेयर के मैं पार्किंग 'च सेफली अपनी गड्डी लाई है और टू टू की आवाज़ आई है, लान ला की कख भी नहीं नाज़रीन। सिर्फ इमेजिनेशन तो हो सकती है। इस टाइम यह जी लोअर बेसमेंट है, ये किसी हॉलीवुड फिल्म का मंजर नहीं, हॉरर फिल्म का मंजर भी नहीं, ये एक एयरपोर्ट का मंजर पेश कर रही है। एयरपोर्ट तुसीं वो ना समझना जो जहाज़ उड़ते हैं, ये वो एयरपोर्ट है जिथे जहाज़ लैंड करते हैं। फैसलाबाद के बहुत सारे पाउडरी नशई उन्होंने ये हमाजगा बन चुकी है। लोअर बेसमेंट जगह जगह से तुहानूं कूड़ा कचरा सरिंजां ते नशा करने वाली शैवां और एक जिहड़ा सेफर प्लेस है उत्थे कोई लागे दे जिहड़े कोई अपने रेहड़ी पान ने, कोई मजदूर भरा ने, उन्होंने लिया के 2 मंजियां भी रख दित्तियां कि चलो जी सानूं मंजी डाउन नूं थां तो लभ गई ना, किसी नूं गड्डी खिलारण नूं लभे ना लभे, साडी मंजी डट गई है तो असीं शाम नूं बह के इत्थे मारिया करांगे गप्पां। उस तो इलावा इत्थे वीरानी है नाज़रीन। अलमिया ये है कि यह बेसमेंट की छत पई हुई है कंप्लीट, इहनूं रस्ता भी है वे। और अगर सिर्फ इस बेसमेंट नूं ही तुसीं चला दिओ पार्किंग के तौर पर, तुसीं अंडर कंस्ट्रक्शन रखना है, बिल्डिंग नूं रखो जितना अरसा मर्जी रखो। अगर सिर्फ लोअर बेसमेंट जी इनू चलाता जाए तो 300-400 गड्डी खड़ी होंगी है लिटरली। तुहानूं मेरा कैमरा दिखा रहा होगा नाल बाद में तुहानूं फुटेज भी नाल दिखाने कि इत्थे 300-400 गड्डी लिटरली लोअर बेसमेंट च खड़ी होंगी है। अंदाज़ा करो कि अगर ये प्रोजेक्ट कंप्लीट हो जाए तो यदा की कितना लोड यह चुक लेगा। लेकिन इस टाइम यह नशइयां दी आमाजगाह है,
ਇੱਥੇ ਜਗ੍ਹਾ ਜਗ੍ਹਾ ਤੇ ਆਪਣਾ ਉਹ ਪੈ ਨੇ ਤੋਂ ਪਤਾ ਲੱਗਦਾ ਹੈ ਸਾਰ ਕਿ ਜਨਾਬ ਇੰਤਜ਼ਾਮੀਆ ਦੀ ਗਫਲਤ ਇਹ ਏਅਰਪੋਰਟ ਦਾ ਨਕਸ਼ਾ ਪੇਸ਼ ਕਰ ਰਹੀ ਹੈ ਉਸ ਏਅਰਪੋਰਟ ਦਾ ਜਿੱਥੇ ਭੰਗੀ ਚਰਸੀ ਨਸ਼ਈ ਉਤਰਦੇ ਨੇ ਉੱਥੇ ਫਲਾਈਟਾਂ ਆਉਣੀਆਂ ਲੈਂਡ ਕਰਦੀਆਂ ਨੇ ਦੁਨੀਆ ਉਹ ਮਾਫੀਆ ਤੋਂ ਬੇਖਬਰ ਹੋ ਕੇ ਆਪਣੀ ਲੈਂਡਿੰਗ ਇੱਥੇ ਉਹ ਕਰਦੇ ਨੇ ਪਾਰਕਿੰਗ ਤਾਂ ਬਣੀ ਨਾ ਲੈਂਡਿੰਗ ਵਾਲੇ ਜਿਹੜੇ ਉਹ ਰਨਵੇ ਇੱਥੇ ਬਣ ਗਏ ਨੇ ਜਾ ਬਜਾ ਜਹਾਜ਼ਾਂ ਦੇ ਇਹ ਲਮਹਾ ਫਿਕਰੀ ਹੈ ਔਰ ਮੈਂ ਤੁਹਾਨੂੰ ਉੱਤੇ ਲੈ ਕੇ ਜਾਣਾ ਸੱਤ ਦੀ ਅੱਖ ਜਿਹੜੀ ਹੈ ਉਹ ਉੱਤੇ ਜਾ ਕੇ ਖੋਲ੍ਹਦੇ ਹਾਂ ਤੇ ਦੇਖਦੇ ਹਾਂ ਵੀ ਉੱਤੇ ਕੀ ਮੰਜ਼ਰ ਹੈ ਇਸੇ ਪਾਰਕਿੰਗ ਪਲਾਜ਼ਾ ਦਾ ਲਓ ਜੀ ਨਾਜ਼ਰੀਨ all the 5 senses are working the 6th one is ਵੱਖ and that is ਸੱਤ ਦੀ ਅੱਖ ਸੱਤ ਦੀ ਅੱਖ ਆਪਾਂ ਰੱਖ ਰਹੇ ਸੀ ਪਾਰਕਿੰਗ ਤੇ ਮੈਂ ਬਿਲਕੁਲ ਉਸੇ ਮੁਕਾਮ ਤੇ ਮੌਜੂਦ ਵਾਹ ਸਰੀਆ ਵੀ ਗਰਮ ਨਾਜ਼ਰ ਮੈਂ ਉਸ ਜਗ੍ਹਾ ਤੇ ਜਨਾਬ ਮੌਜੂਦ ਹਾਂ ਜਿਹੜਾ ਕਿ ਫੈਸਲਾਬਾਦ ਦੀ ਪਾਰਕਿੰਗ ਦਾ ਮਸਲਾ ਹੱਲ ਕਰਨਾ ਸੀ ਇਸ ਮੁਕਾਮ ਨੇ ਇਸ ਜਗ੍ਹਾ ਨੇ ਮਸਲਾ ਹੱਲ ਕਰਨਾ ਸੀ ਲੇਕਿਨ ਇਸ ਜਗ੍ਹਾ ਦਾ ਮਸਲਾ ਹੱਲ ਨਹੀਂ ਹੋ ਰਿਹਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕੀ ਬਲਲੀਆਂ ਮਾਰ ਰਿਹਾ ਨਾ ਜਿਹੜੀ ਬਲਲੀਆਂ ਨਹੀਂ ਮੈਂ ਮਾਰ ਰਿਹਾ ਗੱਲ ਇਸ ਤਰ੍ਹਾਂ ਹੈਗੀ ਕਿ ਇਹ ਉਹ ਜਗ੍ਹਾ ਹੈ ਜਿਹੜੀ ਫੈਸਲਾਬਾਦ ਪਾਰਕਿੰਗ ਪਲਾਜ਼ਾ ਪ੍ਰੋਜੈਕਟ ਸੀ ਇੱਕ ਪਹਿਲੇ ਗਵਰਨਮੈਂਟ ਨੇ ਖੁਦ ਇਨੀਸ਼ੀਏਟਿਵ ਲਿਆ ਪੁਰਾਣੇ ਜ਼ਮਾਨੇ 'ਚ ਤਾਂ ਮੈਂ ਤੁਹਾਨੂੰ ਦੱਸਦਾ ਕਿ 2015 ਦੇ ਵਿੱਚ ਇੱਕ ਇਨੀਸ਼ੀਏਟਿਵ ਲਿਆ ਗਿਆ ਫੈਸਲਾਬਾਦ 2015 ਦੀ ਗੱਲ ਕਰ ਰਹੇ ਹਾਂ ਔਰ ਅੱਜ 2022 ਦੀਆਂ ਤਪਦੀਆਂ ਦੁਪਹਿਰਾਂ ਇੱਦਾਂ ਲੱਗਦਾ ਜਿੱਦਾਂ ਕਿਤੇ ਅੱਗ ਲੱਗੀ ਹੋਈ ਸੂਰਜ ਸਵਾ ਨੇੜੇ ਤੇ ਆ ਤੇ 2015 ਦੇ ਵਿੱਚ ਇਨੀਸ਼ੀਏਟਿਵ ਲਿਆ ਗਿਆ ਹੈ ਤਾਜਰਾਂ ਨੂੰ ਨਾਲ ਮਿਲਾ ਕੇ ਗਵਰਨਮੈਂਟ ਨੇ ਕਿਹਾ ਕਿ ਜਨਾਬ ਇਹ ਪਹਿਲੇ ਗਵਰਨਮੈਂਟ ਦੀ ਸਰਪ੍ਰਸਤੀ 'ਚ ਉਸ ਤੋਂ ਬਾਅਦ ਤਾਜਰ ਤੇ ਗਵਰਨਮੈਂਟ ਡਿਸਟ੍ਰਿਕਟ ਗਵਰਨਮੈਂਟ ਦੇ ਤਾਵਨ ਦੇ ਨਾਲ ਉਹਨਾਂ ਦੇ ਇਸ਼ਤਰਾਕ ਦੇ ਨਾਲ ਇੱਥੇ 3 ਵੱਡੇ ਪਾਰਕਿੰਗ ਪਲਾਜ਼ਾ ਫੈਸਲਾਬਾਦ 8 ਬਾਜ਼ਾਰਾਂ ਦੀ ਸਰਾਊਂਡਿੰਗ ਦੇ ਵਿੱਚ ਬਣਾਏ ਜਾਣਗੇ ਜਿੱਥੇ ਇੱਕ ਮੈਂ ਮੌਜੂਦ ਹਾਂ ਇਹ ਪੈਰੂਨ ਬਣਦਾ ਹੈ ਚਨਿਓਟ ਬਾਜ਼ਾਰ ਫੈਸਲਾਬਾਦ ਦਾ ਕੋਤਵਾਲੀ MC ਸਕੂਲ ਦੇ ਬਿਲਕੁਲ ਨਾਲ ਹੈ ਇਹ ਬਿਲਡਿੰਗ ਅੰਡਰ ਕੰਸਟਰਕਸ਼ਨ ਹੈ ਅਗਰ ਤੁਸੀਂ ਫੈਸਲਾਬਾਦ ਦਾ ਕਿਤੇ ਵਿਜ਼ਿਟ ਕਰੋ ਤਾਂ ਤੁਹਾਨੂੰ ਇਹ ਨਜ਼ਰ ਆਏਗੀ ਬਲਕਿ ਕਹਿ ਲਓ ਕਿ ਇੰਤਖਾਬੀ ਨਿਸ਼ਾਨ ਜਿਹਾ ਬਣ ਗਿਆ ਹੋਇਆ ਪੁਰਾਣੀ ਬੋਸੀਦਾ ਅਸਰੀਆਂ ਦਾ ਕੀ ਹਾਲ ਹੋ ਗਿਆ ਇਸ ਬਿਲਡਿੰਗ ਦਾ ਖਾਨਾ ਖਰਾਬ ਹੋਇਆ ਪਿਆ ਨਾਜ਼ਰੀਨ ਇੱਥੇ ਹੁਣ ਟੈਂਟ ਲੱਗੇ ਨੇ ਪੁਰਾਣੇ ਜ਼ਮਾਨੇ ਦੇ ਕਿਤੇ ਮਜ਼ਦੂਰਾਂ ਦੇ ਠੇਕੇਦਾਰ ਇਸ ਦੇ ਬੇਪਨਾਹ ਬੇਸ਼ੁਮਾਰ ਅਣਗਿਣਤ ਦੌੜ ਚੁੱਕੇ ਨੇ ਜਿਹੜਾ ਠੇਕੇਦਾਰ ਹੁੰਦਾ ਉਹ ਇੱਦਾਂ ਲੱਗਦਾ ਜਿੱਦਾਂ ਮੈਰਾਥਨ ਰੇਸ ਦੇ ਵਿੱਚ ਹਿੱਸਾ ਲੈ ਕੇ ਤਾਂ ਨੱਸ ਪੈਂਦਾ ਕੰਮ ਨਹੀਂ ਕਰਨਾ ਚਾਹੁੰਦਾ ਉਹ ਵਜ੍ਹਾ ਉਹਦੀ ਮੈਂ ਦੱਸਦਾ ਕਿ ਇਹ ਇੰਤਹਾਈ ਇਹ ਜਿਹਨੂੰ ਕਹਿ ਲਓ ਕਿ ਬੇਤਵਜਹੀ ਦਾ ਸ਼ਿਕਾਰ ਹੋ ਗਿਆ ਤੇ ਤਵੱਜੋ ਨਹੀਂ ਦਿੱਤੀ ਕਿਸੇ ਨੇ ਇਸ ਪ੍ਰੋਜੈਕਟ ਦੇ ਉੱਤੇ ਇਸ ਪ੍ਰੋਜੈਕਟ ਦਾ ਕੋਈ ਮਾਂ ਬਾਪ ਨਹੀਂ ਬਣਿਆ ਔਰ ਇਹ ਫੈਸਲਾਬਾਦ ਪਾਰਕਿੰਗ ਪਲਾਜ਼ਾ ਦੀ ਤਾਮੀਰ ਇੰਜ ਰੁਕੀ ਹੈ ਜਿਵੇਂ ਕਿਤੇ ਮਹਿੰਗਾਈ 'ਚ ਗਰੀਬ ਦਾ ਸਾਹ ਨਹੀਂ ਰੁਕ ਜਾਂਦਾ ਇਹ ਬਿਲਕੁਲ ਇੱਦਾਂ ਹੀ ਕਿਤੇ ਰੁਕ ਗਈ ਹੈ ਮੈਂ ਜਿਸ ਪਲਾਜ਼ੇ 'ਤੇ ਮੌਜੂਦਾ ਨਾਜ਼ਰੀਨ ਇਹ ਵੀ ਮੁਬੈਨਾ ਤੌਰ 'ਤੇ ਐਗਜ਼ੈਕਟਲੀ ਕਾਗਜ਼ ਤਾਂ ਨਹੀਂ ਇਹਦੇ ਸਾਨੂੰ ਮਿਲ ਸਕੇ ਕਿਉਂਕਿ 2015 ਤੋਂ ਬਾਅਦ ਹੋ ਗਿਆ ਕਿਤੇ ਲੇਕਿਨ ਇਹਦੇ 8 ਤੋਂ 10 ਫਲੋਰ ਬਣਨੇ ਸੀ ਔਰ ਹਜ਼ਾਰਾਂ ਦੇ ਹਿਸਾਬ ਨਾਲ ਗੱਡੀਆਂ ਜਿਹੜੀਆਂ ਵਾ ਉਹਦੀ ਇੱਕ ਕਪੈਸਿਟੀ ਇਹਦੇ 'ਚ ਸਮਾ ਜਾਣੀਆਂ ਸੀ ਪਾਰਕਿੰਗ ਦਾ ਅੱਧਾ ਮਸਲਾ ਜਿਹੜਾ ਉਹ ਹੱਲ ਹੋ ਜਾਣਾ ਸੀ ਇਸੇ ਤਰ੍ਹਾਂ ਪੈਰੂਨ ਚੰਗ ਬਾਜ਼ਾਰ ਸੀ ਔਰ ਇੱਕ ਫੈਸਲਾਬਾਦ ਦੇ 8 ਬਾਜ਼ਾਰਾਂ ਦੇ ਸਰਾਊਂਡਿੰਗ ਦੇ ਵਿੱਚ ਇਹ 3 ਪਲਾਜ਼ਾ ਦਾ ਪ੍ਰੋਜੈਕਟ ਸੀ ਇਹ ਪਹਿਲਾ ਸੀ ਇੱਥੋਂ ਬਿਸਮਿਲ੍ਲਾ ਕੀਤੀ ਗਈ 2015 'ਚ 2017 ਦੇ ਵਿੱਚ ਇਹਨੇ ਮੁਕੰਮਲ ਹੋਣਾ ਸੀ ਲੇਕਿਨ ਅੱਜ 2022 ਮੁਕੰਮਲ ਹੋ ਚੱਲਾ ਲੇਕਿਨ ਪਲਾਜ਼ਾ ਉੱਥੇ ਦਾ ਉੱਥੇ ਹੀ ਆ ਮੇਰੇ ਖਿਆਲ ਲੋਅਰ ਬੇਸਮੈਂਟ ਜਿਹੜੀ ਹੈ ਉੱਥੇ ਮੈਂ ਇਸ ਟਾਈਮ ਮੌਜੂਦ ਹਾਂ ਇਸ ਤੋਂ ਥੱਲੇ ਇੱਕ ਬੇਸਮੈਂਟ ਹੈ ਲੋਅਰ ਬੇਸਮੈਂਟ ਹੈ ਫਿਰ ਅੱਪਰ ਬੇਸਮੈਂਟ ਆਣੀ ਸੀ ਫਿਰ ਉਸ ਤੋਂ ਬਾਅਦ ਉਸ ਦੀਆਂ ਉੱਪਰ ਸਟੋਰੀਆਂ ਆਣੀਆਂ ਸੀ ਲੇਕਿਨ ਕੋਈ ਕੰਸਟਰਕਸ਼ਨ ਦਾ ਨਾਮੋ ਨਿਸ਼ਾਨ ਨਹੀਂ ਉਹੀ 2015 ਦੇ ਵਿੱਚ ਜਿਹੜੇ ਬੀਮ ਬੂਮ ਪਾਤੇ ਆ ਸਰੀਆ ਅਗਰ ਤੁਹਾਨੂੰ ਕੈਮਰਾ ਦਿਖਾ ਰਿਹਾ ਤੇ ਆ ਚੰਗਾ ਤਕੜਾ ਸਰੀਆ ਜਿਹੜਾ ਕਿ ਅੱਜ ਕੱਲ੍ਹ ਪੋਟਰੀਆਂ ਜਹਾਜ਼ਾਂ ਦੇ ਕੰਮ ਆ ਰਿਹਾ ਜਿੱਥੋਂ ਦਿਲ ਕਰਦਾ ਉਹਨੂੰ ਇੰਝ ਕਰਕੇ ਵੱਢ ਕੇ ਜਾ ਕੇ ਤੇ ਆਪਣਾ ਚਿਕਟ ਪਾਣੀ ਪੂਰਾ ਕਰਦੇ ਨੇ ਇਸ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਟੈਂਟ ਲੱਗੇ ਨੇ ਠੇਕੇਦਾਰ ਤੇ ਮਜ਼ਦੂਰ ਜਿਹੜੇ ਨੇ ਉਹ ਜਦੋਂ ਦਿਲ ਕਰਦਾ ਆ ਜਾਂਦੇ ਨੇ ਜਦੋਂ ਕੰਮ ਹੀ ਨਹੀਂ ਹੋਣਾ ਤਾਂ ਮਜ਼ਦੂਰਾਂ ਨੇ ਇੱਥੇ ਰਹਿ ਕੇ ਕੀ ਕਰਨਾ ਲੇਕਿਨ ਟੈਂਟਾਂ ਦਾ ਨਜ਼ਮੋ ਜ਼ਬਤ ਦੱਸ ਰਿਹਾ ਹੈ ਕਿ ਟੈਂਟਾਂ ਦੀ ਪਾਰਕਿੰਗ ਬਹੁਤ ਅੱਛੀ ਹੋਈ ਪਈ ਹੈ ਬਿਲਕੁਲ ਜਿਹੜਾ ਨਾ ਜ਼ੀਰੋ ਦੇ ਐਂਗਲ ਦੇ ਉੱਤੇ ਸਾਰੇ ਟੈਂਟ ਉਹਨਾਂ ਨੇ ਥੋੜ੍ਹੀ ਤਰਤੀਬ ਨਾਲ ਲਾਏ ਹੋਏ ਨੇ ਲੇਕਿਨ ਮਜ਼ਦੂਰ ਅੰਦਰ ਕੋਈ ਨਹੀਂ ਨਾ ਕੋਈ ਕੰਮ ਕਰਨ ਵਾਲਾ ਹੈ ਨਾ ਕੋਈ ਠੇਕੇਦਾਰ ਹੈ ਉਹ ਜਿਹੜਾ ਕਹਿੰਦੇ ਨੇ ਕਿ ਜਾਏ ਤੋਂ ਜਾਏ ਕਹਾਂ ਪੁਕਾਰੇ ਕਿਸੇ ਇਹ ਪਾਰਕਿੰਗ ਵਾਲੇ ਇਸ਼ੂ ਦੇ ਵਿੱਚ ਫੈਸਲਾਬਾਦ ਦੇ ਲੋਕ ਕਿਹਦੇ ਕੋਲ ਜਾਣ ਕਿਹਨੂੰ ਪੁਕਾਰਨ ਕੱਖ ਸਮਝ ਨਹੀਂ ਆ ਰਹੀ ਤੁਸੀਂ ਦੇਖਿਆ CTO ਫੈਸਲਾਬਾਦ ਦਾ ਮੌਕਫ ਅਸੀਂ ਲਿਆ ਅਸੀਂ ਡਿਪਟੀ ਮੇਅਰ ਫੈਸਲਾਬਾਦ ਦਾ ਲੋਕਾਂ ਦਾ ਤਾਜਰਾਂ ਦਾ ਮੌਕਫ ਲਿਆ ਆਮ ਲੋਕਾਂ ਨੇ ਵੀ ਚੀਖ ਪੁਕਾਰ ਕੀਤੀ ਹੈ ਕਿ ਭਾਈ ਥਾਂ ਨਹੀਂ ਹੈਗੀ ਫੈਸਲਾਬਾਦ 'ਚ ਗੱਡੀਆਂ ਖਿਲਾਰਨ ਦੀ ਪਾਰਕਿੰਗ ਇੱਕ ਬਹੁਤ ਵੱਡਾ ਮੇਜਰ ਇਸ਼ੂ ਹੈ ਉਸ ਦੇ ਉੱਤੇ ਗੌਰ ਕੋਈ ਨਹੀਂ ਕਰ ਰਿਹਾ ਇਹ ਜਿਹੜੇ 3 ਪਲਾਜ਼ੇ ਸੀ ਜਿੱਥੇ ਇੱਕ ਜਗ੍ਹਾ ਤੇ ਖੜਾ ਇੱਕ ਸਾਈਡ ਦੇ ਉੱਤੇ ਅੰਡਰ ਕੰਸਟਰਕਸ਼ਨ ਸਾਈਟ ਹੈ ਲੇਕਿਨ ਇਹ ਬਰਸ ਤੋਂ ਅੰਡਰ ਕੰਸਟਰਕਸ਼ਨ ਹੈ ਇਹ ਕਦੀ ਕੰਪਲੀਟ ਨਹੀਂ ਹੋਈ ਔਰ ਆਇੰਦਾ ਨਜ਼ਰ ਵੀ ਨਹੀਂ ਆ ਰਿਹਾ ਕੋਈ ਇਸ ਤਰ੍ਹਾਂ ਦਾ ਜਿਹੜੇ ਅਰਬਾਬ ਇਖਤਿਆਰ ਨੇ ਹਕੂਮਤਾਂ ਬਦਲਦੀਆਂ ਨੇ ਲੇਕਿਨ ਪ੍ਰੋਜੈਕਟ ਤੇ ਐਟਲੀਸਟ ਜਿਹੜੇ ਨੇ ਉਹ ਪੂਰੇ ਹੋਣੇ ਚਾਹੀਦੇ ਨੇ ਫੈਸਲਾਬਾਦ ਦਾ ਪਾਰਕਿੰਗ ਦਾ ਉਹ ਮਸਲਾ ਹੈ ਜਿਹੜਾ ਸਾਨੂੰ ਲੱਗ ਰਿਹਾ ਹੈ ਕਿ ਇਹ ਕਦੀ ਵੀ ਕੰਪਲੀਟ ਨਹੀਂ ਹੋਣਾ ਜਿਹੜੇ ਇਹਦੇ ਹਾਲਾਤ ਨਜ਼ਰ ਆ ਰਹੇ ਨੇ ਅੱਧਾ ਸਮਾਨ ਤਾਂ ਇੱਥੋਂ
ਜਹਾਜ਼ ਔਰ ਚੋਰ ਜਿਹੜੇ ਨੇ ਉਹ ਵੇਚ-ਵੂਚ ਕੇ ਖਾ ਗਏ ਨੇ। ਬਾਕੀ ਜਿਹੜਾ ਕੋਈ ਹੈਗਾ ਇਹਨੂੰ ਕੋਈ ਸੇਫ ਕਰਨ ਦਾ ਕਿਸੇ ਤਰ੍ਹਾਂ ਦੀ ਕੋਈ ਇਹਦੀ ਨਿਗਹਬਾਨੀ ਨਹੀਂ ਹੈ, ਕੋਈ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਹੈ, ਕੋਈ ਸੇਫਟੀ ਨਹੀਂ ਹੈ। ਇਹ ਖੱਡੇ ਮਾਰ ਕੇ ਜਿਹੜੀਆਂ ਇਹਦੀ ਗਾਰਡ ਰੇਲ ਲੱਗੀ ਹੋਈ ਸੀ ਉਹ ਹਨੇਰੀਆਂ ਤੂਫਾਨਾਂ ਨੇ ਕਿਦੋਂ ਦੀ ਉਡਾ ਦਿੱਤੀ ਹੈ। ਔਰ ਹੁਣ ਬਿਲਕੁਲ ਇਸ ਚਾਰ ਦੀਵਾਰੀ ਦੀ ਕੋਈ ਨਹੀਂ ਹੈਗੀ, ਕਿਸੇ ਤਰ੍ਹਾਂ ਦੀ ਕੋਈ ਸੇਫਟੀ ਨਹੀਂ। ਅਗਰ ਤੁਹਾਨੂੰ ਕੈਮਰਾ ਦਿਖਾਵੇ ਤੇ ਇਹਦੇ ਆਲੇ ਦੁਆਲੇ ਟ੍ਰੈਫਿਕ ਚੱਲਦੀ ਨਜ਼ਰ ਆ ਰਹੀ ਹੈ। ਇਹ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿਤੇ ਕਿ ਬੰਦਾ ਇਹ ਪਾਰਕਿੰਗ ਪਲਾਜ਼ੇ ਦੀ ਜਿਹੜੀ ਖੁਦਾਈ ਹੋਈ ਹੈ ਮੇਰੇ ਖਿਆਲ ਕਮ ਅਜ਼ ਕਮ 25-30 ਫੁੱਟ ਡੂੰਘੀ ਹੈ। ਔਰ ਬੰਦਾ ਚੱਲਦਾ ਅਗਰ ਆਂਦਾ ਹੈ ਜਿਸ ਤਰ੍ਹਾਂ ਮੈਂ ਚੱਲ ਰਿਹਾ ਮੈਂ ਅਗਰ ਤੁਹਾਡੇ ਇਹ ਕੈਮਰੇ ਦੇ ਫਰੇਮ ਦੇ ਵਿੱਚ ਆ ਗਏ ਮੈਂ ਚੱਲਦਾ ਆ ਰਿਹਾ ਤੇ ਜਿੰਨਾ ਇਹ ਇੱਕਦਮ ਮੈਂ ਕੋਈ ਸੇਫਟੀ ਗਾਰਡ ਰੇਲ ਨਹੀਂ ਤੇ ਮੈਂ ਧੜਮ ਕਰਕੇ ਵੀ ਡਿੱਗ ਸਕਦਾ ਨਾਜ਼ਰੀਨ। ਇਹ ਬਿਲਕੁਲ ਇਹਦਾ ਇਹੀ ਹੈ, ਕੋਈ ਸੇਫਟੀ ਵਾਲ ਇਹਦੀ ਰਹਿ ਨਹੀਂ ਗਈ। ਸ਼ੀਟਾਂ ਲਗਾਈਆਂ ਸੀ ਉਹ ਸਾਰੀਆਂ ਉੱਡ-ਪੁੱਡ ਗਈਆਂ ਹਨੇਰੀਆਂ ਨਾਲ ਤੂਫਾਨਾਂ ਨਾਲ। ਕਿਸੇ ਤਰ੍ਹਾਂ ਦਾ ਕੋਈ ਇਹਦਾ ਬੰਦੋਬਸਤ ਨਹੀਂ ਹੈਗਾ। ਔਰ ਬਾਬੇ ਇਖਤਿਆਰ ਇਸੇ ਨਜ਼ਰ ਕਰਕੇ ਰਾਜ਼ੀ ਨਹੀਂ। ਔਰ ਇਤਨਾ ਸੰਜੀਦਾ ਮਸਲਾ ਹੈ ਪਾਰਕਿੰਗ ਦਾ, ਲੇਕਿਨ ਇਹਨੂੰ ਸੰਜੀਦਗੀ ਨਾਲ ਲਿਆ ਨਹੀਂ ਜਾ ਰਿਹਾ। ਗੱਡੀ ਤੋਂ ਅਸੀਂ ਘਰੋਂ ਨਿਕਲਦੇ ਹਾਂ ਉਹਦੀ ਕੋਈ ਸੇਫਟੀ ਸਿਕਿਉਰਿਟੀ ਨਹੀਂ ਹੈ। ਉਹ ਅਸੀਂ ਅਗਰ ਆ ਕੇ ਖੜੀ ਕਰਦੇ ਹਾਂ ਤੇ ਪਾਰਕਿੰਗ ਕੰਪਨੀ ਵਾਲੇ ਸਾਨੂੰ ਅੱਗੇ ਵੀ ਦੱਸਿਆ ਅਸੀਂ ਬਾਰ-ਬਾਰ ਇਹ ਗੱਲ ਦੱਸੀ ਕਿ ਉਹਦੀ ਜਿਹੜੀ ਚਿੱਟ ਹੈ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਸ ਚਿੱਟ ਦੇ ਉੱਤੇ ਬਕਾਇਦਾ ਮੈਂਸ਼ਨ ਉਹਨਾਂ ਨੇ ਕੀਤਾ ਕਿ ਭਾਈ ਤੁਸੀਂ ਸਿਰਫ ਗੱਡੀ ਖੜੀ ਕਰ ਰਹੇ ਹੋ ਪੈਸੇ ਦੇਣ ਲਈ। ਪੈਸੇ ਤੁਸੀਂ ਦੇ ਦਿੱਤੇ, ਸਾਡੀ ਉਸ ਤੋਂ ਬਾਅਦ ਕੋਈ ਗਰੰਟੀ ਨਹੀਂ ਹੈ ਕਿ ਗੱਡੀ ਤੁਹਾਡੀ ਚੋਰੀ ਹੋਏਗੀ, ਤੁਸੀਂ ਥਾਣੇ ਹੀ ਜਾਣਾ ਹੈ। ਸਾਡਾ ਕੋਈ ਨਹੀਂ ਹੈ, ਨਾ ਕੋਈ ਬੰਦਾ ਖਿਆਲ ਕਰੇਗਾ ਗੱਡੀ ਦਾ ਔਰ ਨਾ ਕੋਈ ਉਹਦਾ ਕੋਈ ਜਿਹੜਾ ਨਾ ਅਸੀਂ ਜ਼ਿੰਮੇਦਾਰ ਹਾਂ। ਤੁਸੀਂ ਸਿਰਫ ਇੱਕ ਪਰਚੀ ਲੈਣੀ ਹੈ ਤੇ ਉਹ ਪਰਚੀ ਵਾਪਸ ਤੁਸੀਂ ਥਾਣੇ ਦੇਣੀ ਹੈ ਕਿ ਭਾਈ ਮੇਰੀ ਆ ਫਲਾਣੀ ਪਾਰਕਿੰਗ, ਸਿਰਫ ਐਡਰੈਸ ਦੱਸਣ ਵਾਸਤੇ, ਥਾਣੇ ਰਿਪੋਰਟ ਦਰਜ ਕਰਵਾਉਣ ਵਾਸਤੇ ਕਿ ਭਾਈ ਮੇਰੀ ਫਲਾਂ ਜਗ੍ਹਾ ਤੋਂ ਗੱਡੀ ਚੱਕੀ ਗਈ ਆ ਮੈਂ ਖਿਲਾਰੀ ਸੀ ਇੱਥੇ। ਇਸ ਤੋਂ ਇਲਾਵਾ ਪਾਰਕਿੰਗ ਕੰਪਨੀ ਦੇ ਜਿਹੜੇ ਕਰੋੜਾਂ ਰੁਪਏ ਇਕੱਠੇ ਹੋ ਰਹੇ ਨੇ ਰੈਵਨਿਊ ਦੀ ਮੱਝ ਚੋਂ ਕਿੱਧਰ ਜਾ ਰਹੇ ਨੇ ਉਹਦਾ ਕੋਈ ਪਤਾ ਨਹੀਂ। ਇਸ ਪਲਾਜ਼ੇ ਦਾ ਕੀ ਬਣਨਾ ਹੈ? ਕਰੋੜਾਂ ਰੁਪਏ ਦਾ ਮਟੀਰੀਅਲ ਇੱਥੇ ਲੱਗ ਚੁੱਕਿਆ ਹੈ, ਅੱਗੇ ਫੰਡਸ ਹੈ ਨੇ ਨਹੀਂ ਹੈ, ਉਹਦੇ ਪੈਸੇ ਇਕੱਠੇ ਹੋ ਰਹੇ ਨੇ ਕਿੱਧਰ ਜਾ ਰਹੇ ਨੇ, ਗਵਰਨਮੈਂਟ ਇਸ ਦੇ ਉੱਤੇ ਕੀ ਕਰ ਰਹੀ ਹੈ ਕੋਈ ਬੰਦਾ। ਤੁਸੀਂ ਸੁਣਿਆ ਕਿ ਅਰਬਾਬ ਇਖਤਿਆਰ ਨੇ ਵੀ ਕਿਹਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ ਇਸ ਦੇ ਉੱਤੇ। ਉਹ ਜਦੋਂ ਤੁਹਾਨੂੰ ਨਹੀਂ ਪਤਾ ਤਾਂ ਸਾਨੂੰ ਕੀ ਪਤਾ, ਮੈਨੂੰ ਕੀ ਪਤਾ। ਮੈਂ ਇੱਕ ਆਮ ਆਦਮੀ ਹਾਂ, ਮੈਂ ਆਪਣੀ ਗੱਡੀ, ਮੈਂ ਆਪਣਾ ਮੋਟਰਸਾਈਕਲ ਮੈਂ ਕਿੱਥੇ ਜਾ ਕੇ ਪਾਰਕ ਕਰਾਂਗਾ, ਕਿਹਦੇ ਸਾਹਮਣੇ ਜਾ ਕੇ ਆਪਣਾ ਟੁਕੜਾ ਰੋਵਾਂਗਾ? ਕਿਉਂਕਿ ਮੈਂ ਜਿਸ ਦੁਕਾਨ ਦੇ ਸਾਹਮਣੇ ਖੜਾ ਕਰਦਾ ਉਸ ਦੁਕਾਨਦਾਰ ਨੇ ਆਪਣੀ ਗੱਡੀ ਉੱਤੇ ਖੜੀ ਕੀਤੀ ਹੋਈ ਦੁਕਾਨ ਦੇ ਸਾਹਮਣੇ, ਕਹਿੰਦਾ ਭਾਈ ਜਗ੍ਹਾ ਨਹੀਂ ਹੈ ਪਰੇ ਸਾਈਡ 'ਤੇ ਹੋ ਕੇ ਕਿਤੇ ਖਿਲਾਰ। ਉਹਨੂੰ ਕਹੀਏ ਭਾਈ ਬਸ 2 ਮਿੰਟ ਵਾਸਤੇ, ਨਹੀਂ ਕੋਈ 2 ਮਿੰਟ ਨਹੀਂ, ਜਾ ਜਿੱਥੇ ਮਰਜ਼ੀ ਖਿਲਾਰ, ਸ਼ਾਇਦ ਲੈਣੀ ਲੈਣੀ ਤਾਂ ਦੌੜ ਜਾ। ਇਹ ਉਹ ਰਵੱਈਏ ਨੇ ਜਿਹੜੇ ਸਾਨੂੰ ਬਰਦਾਸ਼ਤ ਕਰਨੇ ਪੈ ਰਹੇ ਨੇ ਸਿਰਫ ਇਸ ਇੱਕ ਪ੍ਰੋਬਲਮ ਦੀ ਵਜ੍ਹਾ ਤੋਂ। ਅਗਰ ਅਰਬਾਬ ਇਖਤਿਆਰ ਇਹ ਤਿੰਨੇ ਪਲਾਜ਼ਿਆਂ ਵਾਲਾ ਪ੍ਰੋਜੈਕਟ ਹੀ ਕੰਪਲੀਟ ਕਰ ਦਿੰਦੇ, ਇਨ ਟਾਈਮ ਕਰਦੇ, 2015 ਸ਼ੁਰੂ ਹੋਇਆ ਸੀ, 17 ਕੰਪਲੀਸ਼ਨ ਡੇਟ ਸੀ, 2017 ਦੇ ਵਿੱਚ ਇਹ ਪ੍ਰੋਜੈਕਟ ਅਗਰ ਕੰਪਲੀਟ ਹੋਇਆ ਹੁੰਦਾ ਅੱਜ ਫੈਸਲਾਬਾਦ ਦੇ ਉੱਤੇ ਜਿਹੜਾ ਬਰਡਨ ਹੈ ਪਾਰਕਿੰਗ ਦਾ ਉਹ ਘੱਟ ਹੁੰਦਾ। ਉਸ ਬਰਡਨ ਦੀ ਵਜ੍ਹਾ ਤੋਂ ਜਿਸ ਤਰ੍ਹਾਂ CTO ਸਾਹਿਬ ਨੇ ਕਿਹਾ ਕਿ ਉਸ ਟ੍ਰੈਫਿਕ ਦੇ ਪਾਰਕਿੰਗ ਦੇ ਬਰਡਨ ਦੀ ਵਜ੍ਹਾ ਤੋਂ ਟ੍ਰੈਫਿਕ ਦਾ ਫਲੋ ਮੁਤਾਸਰ ਹੁੰਦਾ ਹੈ, ਉਹ ਫਲੋ ਵੀ ਮੁਤਾਸਰ ਨਾ ਹੁੰਦਾ, ਅਸੀਂ ਸਮੂਥਲੀ ਨਿਕਲ ਜਾਂਦੇ। ਲੇਕਿਨ ਹੁਣ ਅਸੀਂ ਦੇਖਦੇ ਹਾਂ ਕਿ ਇਸ ਗਲਤ ਪਾਰਕਿੰਗ ਦੀ ਵਜ੍ਹਾ ਤੋਂ ਟ੍ਰੈਫਿਕ ਜੈਮ ਹੁੰਦੀ ਹੈ, ਲੋਕਾਂ ਨੂੰ ਅਜ਼ੀਅਤ ਦਾ ਸਾਹਮਣਾ ਕਰਨਾ ਪੈਂਦਾ ਹੈ, ਬਜ਼ੁਰਗ ਹੁੰਦੇ ਨੇ, ਬਿਮਾਰ ਹੁੰਦੇ ਨੇ, ਬੱਚੇ ਵਿੱਚ ਮੌਜੂਦ ਹੁੰਦੇ ਨੇ ਔਰ ਉਹ ਘੰਟਿਆਂ ਜਿਹੜਾ ਨਾ ਉਹ ਟ੍ਰੈਫਿਕ ਜਾਮ ਦੇ ਵਿੱਚ ਫਸੇ ਰਹਿੰਦੇ ਨੇ। ਇਸ ਚੀਜ਼ ਉੱਤੇ ਨਜ਼ਰ ਕਰਨ ਵਾਲਾ ਕੋਈ ਨਹੀਂ। ਨਾਜ਼ਰੀਨ ਤੁਸੀਂ ਸੋਚਣਾ ਹੈ, ਅਸੀਂ ਸੋਚਣਾ ਹੈ ਕਿ ਸਾਡਾ ਕੀ ਮੁਸਤਕਬਲ ਹੈ। ਖਾਸ ਤੌਰ ਤੇ ਜਿਹੜਾ ਪਾਰਕਿੰਗ ਇਸ਼ੂ ਹੈ ਇਹਨੂੰ ਗਵਰਨਮੈਂਟ ਲਾਈਟ ਲੈ ਰਹੀ ਹੈ, ਹਕੂਮਤਾਂ ਆ ਰਹੀਆਂ ਨੇ ਜਾ ਰਹੀਆਂ ਨੇ, ਇਸ ਮਸਲੇ ਵੱਲ ਕਿਸੇ ਦਾ ਗੌਰ ਕੋਈ ਨਹੀਂ। ਔਰ ਅਗਰ ਕਿਸੇ ਦਾ ਗੌਰ ਹੈ ਕਿ ਉਹ ਸੱਤ ਦੀ ਅੱਖ ਦਾ, ਸੱਤ ਦੀ ਅੱਖ ਜਿੱਥੇ ਪੈਂਦੀ ਏ ਉਹ ਫਿਰ ਇਸੇ ਤਰ੍ਹਾਂ ਪੈਂਦੀ ਹੈ ਕਿ ਉਸ ਮਸਲੇ ਦਾ ਅਸੀਂ ਕਰੀਦਾ ਪੂਰਾ ਪੋਸਟਮਾਰਟਮ। ਔਰ ਪੋਸਟਮਾਰਟਮ ਅੱਜ ਅਸੀਂ ਬਹੁਤ ਇਹਦਾ ਵੈਲ ਐਂਡ ਗੁੱਡ ਤਰੀਕੇ ਨਾਲ ਕੀਤਾ ਹੈ। ਅਰਬਾਬ ਇਖਤਿਆਰ ਤੱਕ ਇਹਦੀ ਆਵਾਜ਼ ਪਹੁੰਚਾਈ ਹੈ, ਹਕੂਮਤੀ ਐਵਾਨਾਂ ਤੱਕ ਇਹਦੀ ਆਵਾਜ਼ ਪਹੁੰਚ ਗਈ ਹੈ। ਹੁਣ ਦੇਖਦੇ ਹਾਂ ਕਿ ਸਾਡੀ ਇਹ ਰੱਖੀ ਹੋਈ ਸੱਤ ਦੀ ਅੱਖ ਆਪਣਾ ਕੀ ਜਲਵਾ ਦਿਖਾਉਂਦੀ ਹੈ, ਕੀ ਇਸ ਦੇ ਉੱਤੇ ਡਿਵੈਲਪਮੈਂਟ ਹੁੰਦੀ ਹੈ। ਤੁਹਾਨੂੰ ਇਹਦੇ ਨਾਲ ਅਪਡੇਟ ਕਰਦੇ ਰਹਾਂਗੇ। ਜੁੜੇ ਰਹੋ 7 ਨਿਊਜ਼ ਦੇ ਨਾਲ ਔਰ ਵੇਖਦੇ ਰਹੋ ਸੱਤ ਦੀ ਅੱਖ। ਇਜਾਜ਼ਤ ਦਿਓ, ਅੱਲਾਹ ਹਾਫਿਜ਼।